श्री वाहिगुरु साहिब जीओ। टोटी महला पंजवा। माई माया छाला दृढ़ की अगना मेघ की छाया। गोविंद भजन बिना हर का जाला। माई माया शाला। वाहिगुरु जी का खालसा वाहिगुरु जी की फतेह। कोट ब्रह्मंडा दे मालक जुग जुग अटल शब्द अवतार दसों पातशाहियों दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पावन पवित्र हजूरी दे विच जुड़न बैठे गुरु रूप गुरु खालसा सत संगत जीओ। आओ बड़े प्यार यार सत्कार दे नाल अमृत बाणी हर हर तेरी सुन सुन होवे पंगत मेरी। जलन बुझी शीतल हुए मनुआ सतगुर का दर्शन पाए जियो। सतगुਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਟੀ ਮਹਲਾ ਪੰਜਵਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਦਾਰ ਟੋਡੀ ਰਾਗ ਦੇ ਵਿੱਚ ਰਹਿਮਤਾਂ ਬਖਸ਼ਿਸ਼ਾਂ ਕਰ ਰਹੇ ਨੇ ਉਪਦੇਸ਼ ਦੇ ਰਹੇ ਹਨ। ਮਾਈ ਮਾਤਾ ਪਿਤਾ ਰੂਪ ਸੰਤ ਜਨੋ ਮਾਇਆ ਛਾਲਾ। ਇਹ ਜੋ ਮਾਇਆ ਹੈ ਇਹ ਛਲ ਰੂਪ ਹੈ ਕਪਟ ਰੂਪ ਹੈ। ਜਿਵੇਂ ਜਾਦੂ ਦੀ ਪੌੜੀ ਹੁੰਦੀ ਹੈ ਇਨਸਾਨ ਸਮਝਦਾ ਹੈ ਕਿ ਮੈਂ ਉੱਪਰ ਨੂੰ ਚੜ੍ਹ ਰਿਹਾ ਹਾਂ ਪਰ ਉਹ ਹੇਠਾਂ ਨੂੰ ਤੁਰਿਆ ਆਉਂਦਾ ਹੈ। ਇਉਂ ਉੱਚਾ ਚੜ੍ਹਿਆ ਹੈ ਸੋ ਪਵੈ ਭੁਜਾਲਾ। ਜਿੰਨਾ ਕੋਈ ਉੱਚਾ ਚੜ੍ਹਿਆ ਆਪਦੇ ਆਪ ਨੂੰ ਉੱਚਾ ਮੰਨਦਾ ਹੈ ਉਨਾ ਹੀ ਉਹ ਹੇਠਾਂ ਡਿੱਗਦਾ ਹੈ। ਧਰਨ ਪੜ੍ਹ ਤਿਸ ਲੱਗੇ ਨਾ ਕੱਲ। ਜਿੰਨਾ ਕੋਈ ਆਪਣੇ ਆਪ ਨੂੰ ਵੱਡਾ ਮੰਨਦਾ ਹੈ ਕਿਉਂਕਿ ਦੁਨੀਆ ਦੇ ਵਿੱਚ ਜਿਹੜੀ ਵਡਿਆਈ ਹੈ ਉਹ ਕੇਵਲ ਮਾਇਆ ਦੀ ਮੰਨੀ ਗਈ ਹੈ। ਕੌਣ ਵੱਡਾ ਮਾਇਆ ਵਡਿਆਈ। ਵੱਡਾ ਕੌਣ ਹੈ ਜਿਹੜਾ ਮਾਇਆਧਾਰੀ ਹੈ। ਮਾਇਆ ਦੀ ਉਹ ਵਡਿਆਈ ਹੈ ਪਰ ਮਹਾਰਾਜ ਕਹਿੰਦੇ ਸਾਡੀਆਂ ਨਿਗਾਹ ਦੇ ਵਿੱਚ ਸੋ ਵੱਡਾ ਜਨ ਰਾਮ ਲਿਵ ਲਾਈ। ਵੱਡਾ ਉਹ ਹੈ ਜਿਹਨੇ ਰਮੰਤੀ ਸਾ ਰਾਮਾ ਰਾਮ ਪਰਮੇਸ਼ਰ ਦੇ ਨਾਲ ਲਿਵ ਲਾਈ ਹੋਈ ਹੈ। ਸੋ ਐਸਾ ਜੋ ਆਪਣੇ ਆਪ ਨੂੰ ਮਾਇਆਧਾਰੀ ਵੱਡਾ ਮੰਨਦਾ ਹੈ ਕਿਸੇ ਦੀ ਗੱਲ ਸੁਣਦਾ ਨਹੀਂ ਕਿਸੇ ਵੱਡੇ ਛੋਟੇ ਦਾ ਸਤਿਕਾਰ ਨਹੀਂ ਕਰਦਾ। ਕੇਵਲ ਆਪ ਦੀ ਹੀ ਇੱਜ਼ਤ ਹੀ ਉਹਨੂੰ ਹੈ ਬਾਕੀ ਦੂਸਰਿਆਂ ਨੂੰ ਫਜ਼ੂਲ ਸਮਝਦਾ ਹੈ। ਪਾਤਸ਼ਾਹ ਦਾ ਬਚਨ ਹੈ ਮਾਇਆ ਧਾਰੀ ਅਤਨ ਨਾ ਬੋਲਾ ਸ਼ਬਦ ਨਾ ਸੁਣਈ ਬਹੁ ਰੋਲ ਕਛੋਲਾ। ਗੁਰ ਸ਼ਬਦ ਨੂੰ ਸੁਣਦਾ ਨਹੀਂ ਹੈ ਬੜਾ ਰੋਲ ਕਚੋਲਾ ਆਪਦੇ ਵਿਸ਼ਿਆਂ ਵਗਾਰਾਂ ਦਾ ਪਾਈ ਰੱਖਦਾ। सो ऐसा जो इंसान है
ਸਾਨੂੰ ਮਾਇਆ ਨੇ ਆਪ ਦੇ ਕਪਟ ਦੇ ਵਿੱਚ ਲਾ ਕੇ ਇਹੋ ਜਿਹਾ ਮੋਹਿਤ ਕੀਤਾ ਹੋਇਆ ਹੈ। ਉਹ ਅਵਿਦਿਆ ਦੀ ਨੀਂਦ ਦੇ ਵਿੱਚ ਸਵਾਇਆ ਹੋਇਆ ਹੈ, ਕੁਛ ਪਤਾ ਹੀ ਨਹੀਂ ਲੱਗਣ ਦਿੰਦੇ। ਉਹਨੂੰ ਭੁਲੇਖਾ ਖੜਾ ਕਰ ਦਿੱਤਾ ਹੈ ਕਿ ਮੈਂ ਵੱਡਾ ਹਾਂ। ਪਰ ਮਹਾਰਾਜ ਕਹਿੰਦੇ ਕੌਣ ਵੱਡਾ, ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਸਾਡੀਆਂ ਨਿਗਾਹ 'ਚ ਤਾਂ ਉਹ ਵੱਡਾ ਹੈ ਜਿਹਨੇ ਰਾਮ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵ ਲਾਈ ਹੋਈ ਹੈ। ਉਹ ਜਿੰਨਾ ਵੀ ਆਪਣੇ ਆਪ ਨੂੰ ਵੱਡਾ ਸਮਝਦਾ ਹੈ ਓਨਾ ਹੀ ਉਹ ਛੋਟਾ ਹੁੰਦਾ ਹੈ। ਉੱਚਾ ਚੜ੍ਹੇ ਸੋ ਪਵੇ ਭਿਆਲਾ। ਮਾਇਆ ਦੀ ਪ੍ਰਤਾਪ ਕਰਕੇ ਜਿੰਨਾ ਉੱਚਾ ਚੜ੍ਹਦਾ ਹੈ ਓਨਾ ਹੀ ਹੇਠਾਂ ਨੂੰ ਡਿੱਗਦਾ ਹੈ। ਧਰਨ ਪੜ੍ਹੈ ਤਿਸ ਲੱਗਿਆ ਨਾ ਕੱਲ। ਧਰਤੀ ਤੇ ਡਿੱਗਣ ਤੋਂ ਸਮਾਂ ਨਹੀਂ ਲੱਗਦਾ, ਝੱਟ ਹੀ ਡਿੱਗ ਪੈਂਦਾ ਹੈ। ਜੋ ਧੰਨ ਭਗਤ ਕਬੀਰ ਜੀ ਸਨ, ਇਹਨਾਂ ਨੇ ਅੱਤ ਦੀ ਗਰੀਬੀ ਦੇ ਵਿੱਚ ਪ੍ਰਭੂ ਦਾ ਨਾਮ ਜਪਿਆ ਤੇ ਮਹਾਰਾਜ ਦੀ ਬਾਣੀ ਨੂੰ ਬਿਠਾ ਬੰਨਿਆ। ਧੰਨ ਭਗਤ ਰਵਿਦਾਸ ਸਾਹਿਬ ਜੀ ਖੁਦ ਪਰਮਾਤਮਾ ਮਹਾਤਮਾ ਰੂਪ ਦੇ ਵਿੱਚ ਆਪ ਆ ਕੇ ਪਾਸ ਦੇ ਗਿਆ। ਕਦੇ ਆਖਿਆ ਭਗਤ ਜੀ ਇਹ ਪਾਰਸ ਹੈ, ਤੇ ਜਿੰਨੇ ਵੀ ਉਹਨਾਂ ਦੇ ਸੰਤ ਜੁੱਤੀਆਂ ਗੰਢਣ ਵਾਲੇ ਉਹਨਾਂ ਸਾਰਿਆਂ ਨੂੰ ਸੁਹਾ ਕੇ ਸੋਨਾ ਬਣਾ ਦਿੱਤਾ। ਜਿਹੜੀ ਲੋਹੇ ਦੀ ਧਾਤ ਹੈ ਇਹ ਸਖਤ ਹੁੰਦੀ ਹੈ, ਸਭ ਤੋਂ ਨਰਮ ਸੋਨਾ ਧਾਤ ਹੈ। ਹੁਣ ਜਦੋਂ ਜੁੱਤੀਆਂ ਕੱਢਣ ਲੱਗੇ ਤੇ ਸੋਨੇ ਦੀ ਬਣੀ ਹੋਈ ਆਰ ਉਹ ਮੁੱਸ ਗਈ। ਜੁੱਤੀ ਕੱਢੀ ਨਾ ਜਾਏ ਵਿੱਚੋਂ ਬੜੇ ਨਾ, ਕਿਉਂਕਿ ਨਰਮ ਹੋ ਗਈ। ਜਿੰਨਾ ਵੀ ਸੋਨਾ ਸ਼ੁੱਧ ਹੁੰਦਾ ਹੈ ਉਨਾ ਹੀ ਨਰਮ ਹੁੰਦਾ ਹੈ। ਸਾਡੇ ਇੰਡੀਆ ਦੇ ਵਿੱਚ ਭਾਵੇਂ 24 ਕੈਰਟ ਦਾ 22 ਕੈਰਟ ਦਾ ਕਹਿ ਕੇ ਵੇਚਦੇ ਨੇ, ਪਰ ਹੁਣ ਉਹ 18 ਜਾਂ 20 ਕੈਰਟ ਦਾ ਹੀ ਹੈ। ਕਿਉਂਕਿ ਜਿੰਨਾ ਚਿਰ ਉਹਦੇ 'ਚ ਮਿਲਾਵਟ ਨਾ ਕਰਨ ਉਹਨਾਂ ਚਿਰ ਜਿਹੜੀ ਚੀਜ਼ ਹੈ ਉਹ ਵਧੀਆ ਨਹੀਂ ਬਣਦੀ, ਸਖਤ ਨਹੀਂ ਬਣਦੀ। ਤੋ ਜਿੰਨਾ ਸ਼ੁੱਧ ਪਾਉਣਗੇ ਉਨੀ ਉਹ ਚੀਜ਼ ਨਰਮ ਬਣੂਗੀ ਤੇ ਉਨਾ ਮਟੀਰੀਅਲ ਜ਼ਿਆਦਾ ਲੱਗੂਗਾ। ਇਸ ਵਾਸਤੇ ਉਹ ਸੋਨੇ ਦੇ ਸੰਦ ਹੋਣ ਕਰਕੇ ਕੰਮ ਹੋਵੇ ਨਾ। ਭਗਤ ਜੀ ਕਹਿਣ ਲੱਗੇ ਮਹਾਰਾਜ ਕੀ ਕੀਤਾ, ਮੈਨੂੰ ਤੁਸੀਂ ਨੇ ਹੱਥਾ ਕਰ ਦਿੱਤਾ। ਹਾਰ ਨਹੀਂ ਜੇ ਤੋਪੋ ਨਹੀਂ ਰੰਬੀ ਖਾਉ ਰੋਕੋ। ਲੋਕ ਗੰਡ ਗੰਡ ਕਰਾ ਬਗੂਚਾ ਹੋ ਹਰ ਬਨ ਜਾਈ ਪਹੁੰਚਾ। ਰਵਿਦਾਸ ਜਪੈ ਰਾਮ ਨਾਮਾ ਕੋਈ ਜਮ ਸਿਉ ਨਾਹੀ ਕੰਬ। ਹਾਰ ਮੇਰੀ ਤੋਪਾ ਨਹੀਂ ਲਾ ਰਹੀ ਤੇ ਰੰਬੀ ਜਿਹੜੀ ਹੈ ਉਹ ਖੁਰਚ ਨਹੀਂ ਰਹੀ। ਉਹ ਠੋਕਣ ਵਾਲਾ ਜਿਹੜਾ ਹਥਿਆਰ ਹੁੰਦਾ ਉਹਦੇ ਨਾਲ ਉਹ ਜਿਹੜਾ ਗੰਢ ਤੁੱਪ ਲੱਗਾ ਉਹ ਠੋਕਿਆ ਨਹੀਂ ਜਾ ਰਿਹਾ, ਜਾਂ ਮੇਖਾਂ ਠੋਕੀਆਂ ਨਹੀਂ ਜਾ ਰਹੀਆਂ। ਹੁਣ ਮੈਂ ਕੀ ਕਰਾਂ, ਮੇਰੇ ਤਾਂ ਕੰਮ ਤੁਸੀਂ ਰੋਕਤਾ। ਇੰਨੇ ਭੋਲੇ ਪੰਛੀ ਵੀ ਰੱਬ ਨੇ ਪੈਦਾ ਕੀਤੇ ਨੇ। ਬੇਹੰਗਮ ਸਾਧੂ ਰਵਿਦਾਸ ਭਗਤ ਭਾਵੇਂ ਗ੍ਰਸਤੀ ਸੰਤ ਪਰ ਮੋਹ ਮਾਇਆ ਤੋਂ ਨਰਲੀਏ। ਸੋ ਜਿਨ੍ਹਾਂ ਨੇ ਇਹਨਾਂ ਨਹੀਂ ਵੇਖਿਆ ਕਿ ਇਹ ਸੋਨਾ ਹੈ, ਕੀਮਤੀ ਚੀਜ਼ ਹੈ, ਇਹਦੇ ਮੈਨੂੰ ਤਾਂ ਲੋਹਾ ਹੀ ਜਾਂਦਾ। ਇਹ ਪੱਥਰ ਦੀ ਵੱਟੀ ਮੇਰੇ ਕਿਸੇ ਕੰਮ ਨਹੀਂ, ਉੱਥੇ ਛੱਤ ਤੇ ਟੰਗ ਦੋ। ਕਹਿੰਦੇ ਜੀ ਤੀਰਥ ਯਾਤਰਾ ਕਰਨ ਚੱਲੇ ਆ, ਚੋਰੀ ਨਾ ਹੋ ਜਾਏ, ਆਉਂਦੀ ਬਾਕੀ ਕਹਿੰਦੇ ਲੈ ਜਾਇਓ। ਉਹ ਜਦ 2-3 ਸਾਲਾਂ ਬਾਅਦ ਆਏ, ਵੇਖਿਆ ਵੀ ਕੋਠੀ ਬਣ ਗਈ ਹੋਏਗੀ, ਮਹੱਲ ਮਹਿਲ ਮਾੜੀਆਂ ਉਸਰ ਗਏ ਹੋਣਗੇ। ਉਹ ਜਿੱਥੇ ਰਵਿਦਾਸ ਬੈਠਾ ਉੱਥੇ ਹੀ ਬੈਠਾ। ਕਹਿੰਦੇ ਰਵਿਦਾਸ ਤੈਨੂੰ ਪਾਸ ਦਿੱਤਾ ਸੀ, ਕਹਿੰਦੇ ਮੈਨੂੰ ਹੁਣ ਕੀ ਪਤਾ ਉਹ ਕੀ ਬੁਲਾ, ਜਿੱਥੇ ਰੱਖਿਆ ਤੁਸੀਂ ਲੈ ਜਾਓ। ਉਹ ਛੱਤ ਦੇ ਵਿੱਚ ਹੀ ਰੱਖਿਆ ਹੋਵੇ, ਉੱਥੋਂ ਹੀ ਲੈ ਗਏ। ਉਹ ਇੰਜ ਉਹਨਾਂ ਨੇ ਮਹਾਰਾਜ ਦੇ ਨਾਮ ਤੋਂ ਬਗੈਰ ਕਿਸੇ ਨੂੰ ਕੀਮਤੀ ਨਹੀਂ ਜਾਣਿਆ। ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ
ਭਾਈ ਮਰਦਾਨਾ ਸਾਹਿਬ ਜੀ ਨੂੰ ਜਦ ਭੁੱਖ ਲੱਗੀ ਤੇ ਕਹਿਣ ਲੱਗਾ ਜੀ ਕੁਝ ਛਕਣ ਨੂੰ ਦਿਓ। ਤੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ ਕਿ ਭਾਈ ਮਰਦਾਨਾ ਜੀ ਥੋੜਾ ਜਿਹਾ ਚੱਲ ਅੱਗੇ ਸ਼ਹਿਰ ਆਵੇਗਾ ਤੇ ਉੱਥੋਂ ਕੁਝ ਲੈ ਕੇ ਖਾ ਲਵੀਂ। ਤੁਰਿਆ ਗਿਆ ਵਿਚਾਰਾ, ਕਹਿੰਦੇ ਲੈ ਭਾਈ ਸ਼ਹਿਰ ਆ ਗਿਆ ਈ ਉਹ ਬਿਸ਼ੰਬਰਪੁਰ, ਜਿਹੜਾ ਹੁਣ ਪਟਨਾ ਸਾਹਿਬ ਬਿਹਾਰ ਦੀ ਰਾਜਧਾਨੀ ਹੈ। ਇਹਦਾ ਪੁਰਾਣਾ ਨਾਮ ਬਿਸ਼ੰਬਰਪੁਰ ਸੀਗਾ। ਕਹਿੰਦੇ ਮਹਾਰਾਜ ਵੀ ਸ਼ਹਿਰ ਆ ਗਿਆ। ਕਹਿੰਦੇ ਮੈਂ ਕੀ ਕਰਾਂ, ਫਿਰ ਆ ਗਿਆ ਤੇ ਆ ਜਾਵੇ। ਸੁਭਾਅ ਦਾ ਪੁਰਖਾ ਹੀ ਸੀਗਾ ਮਰਦਾਨਾ ਜੀ ਦਾ। ਮਰਾਸੀ ਯਾਦ ਹੋਣ ਲੱਗੇ ਕਰਕੇ ਸਤਿਗੁਰੂ ਜੀ ਨੂੰ ਬੋਲਣ ਲੱਗਿਆ, ਦੇਖਦਾ ਨਹੀਂ ਸੀ ਮਹਾਰਾਜ ਦਾ ਸਤਿਕਾਰ। ਸੱਚੇ ਪਾਤਸ਼ਾਹ ਵੀ ਕਦੀ ਗੁੱਸੇ ਨਾ ਹੁੰਦੇ, ਕਦੀ ਉਹਦਾ ਬੋਲ ਸੁਣ ਕੇ ਨਾਰਾਜ਼ ਨਾ ਹੁੰਦੇ। ਮਹਾਰਾਜ ਕਹਿੰਦੇ ਤੈਨੂੰ ਭੁੱਖ ਲੱਗੀ ਹੈ? ਮੈਂ ਕਿਹਾ ਸ਼ਹਿਰ ਆ ਗਿਆ। ਕਹਿੰਦਾ ਜੀ ਸ਼ਹਿਰ ਆ ਗਿਆ, ਫਿਰ ਕੀ ਹੋ ਗਿਆ? ਮੇਰੇ ਪੱਲੇ ਤਾਂ ਖਾਣੀ ਕੌਡੀ ਨਹੀਂ, ਐਵੇਂ ਥੋੜਾ ਭੁੱਖਾ ਨੂੰ ਦੇਗਾ। ਕੋਈ ਟਕਾ, ਕੋਈ ਪੈਸਾ, ਕੋਈ ਧੇਲਾ ਕੋਈ ਹੋਵੇ ਤੇ ਤਾਂ ਹੀ ਮੈਂ ਕੁਝ ਲੈ ਕੇ ਖਾ ਸਕਦਾ, ਜਾਂ ਮੈਨੂੰ ਕੁਛ ਦਿਓ। ਮਹਾਰਾਜ ਕਹਿੰਦੇ ਅੱਛਾ। ਸਤਿਗੁਰਾਂ ਨੇ ਚਰਨ ਮਾਰਿਆ ਮਿੱਟੀ ਦੇ ਵਿੱਚ, ਉਹਦੇ ਵਿੱਚੋਂ ਇੱਕ ਬੜਾ ਕੀਮਤੀ ਲਾਲ ਕੱਢਿਆ। ਮਹਾਰਾਜ ਕਹਿੰਦੇ ਲੈ ਜਾ ਭਾਈ, ਇਹਨੂੰ ਵੇਚ ਕੇ ਤੇ ਤੂੰ ਛਕ ਲੈ। ਉਹ ਸਾਰੇ ਸ਼ਹਿਰ ਦੇ ਵਿੱਚ ਫਿਰਿਆ, ਕੋਈ ਟਕਾ ਮੁੱਲ ਪਾਏ, ਕੋਈ ਧੇਲਾ ਮੁੱਲ ਪਾਏ, ਕੋਈ ਆਨਾ ਪਾਏ। ਪਤਾ ਸੀ ਉਹਨੂੰ ਵੀ ਇਹ ਕੀ ਹੁੰਦੀ ਹੈ, ਲਾਲਚ ਵਿੱਚ ਵੇਚਿਆ ਨਹੀਂ। ਫਿਰ ਹੁਣ ਨਵਾਂ ਹੀ ਗੁਰਦੁਆਰਾ ਬਣਿਆ ਹੈ, ਜੌਲੀਆਂ ਵਾਲਾ ਬਾਜ਼ਾਰ ਹੈ, ਭੀੜਾ ਜਿਹਾ ਬਾਜ਼ਾਰ, ਜਿਵੇਂ ਅੰਮ੍ਰਿਤਸਰ 'ਚ ਸਰਾਫਾ ਬਾਜ਼ਾਰ ਹੈ, ਉੱਥੇ ਸੁਨਿਆਰੇ ਹੀ ਸੁਨਿਆਰੇ ਹਨ। ਪਟਨਾ ਸਾਹਿਬ ਦੇ ਵਿੱਚ ਵੀ ਉਹ ਪੁਰਾਣਾ ਬੜਾ ਚੌੜੀਆਂ ਦਾ ਬਾਜ਼ਾਰ ਹੈ, ਕਦੇ ਉੱਥੇ ਸੁਨਿਆਰੇ ਨੇ। ਜਿਸ ਜੌੜੀ ਦੇ ਭਾਈ ਮਰਦਾਨਾ ਜੀ ਨੇ ਸਾਲਸਰਾਏ ਦਾ ਨਾਮ ਸੁਣਿਆ, ਉਹਦੇ ਘਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ। ਸਾਰੇ ਜੋੜੀਆਂ ਨੇ ਆਖਿਆ ਭਾਈ ਇਹ ਬੜਾ ਕੀਮਤੀ ਹੈ ਤੇ ਤੂੰ ਫਲਾਣੀ ਕੋਲ ਚਲਾ ਜਾ। ਉਸ ਜੌਹਰੀ ਨੇ ਸਮਝਾਇਆ ਭਾਈ ਸਾਡੇ ਕਿਸੇ ਕੋਲ ਇਹਦੀ ਕੀਮਤ ਨਹੀਂ ਹੈ, ਤੂੰ ਸਾਲਸਰਾਏ ਜੌਹਰੀ ਦੀ ਹਵੇਲੀ ਚਲਾ ਜਾ, ਉੱਥੇ ਸਾਲਸਰਾਏ ਇਹਦਾ ਮੁੱਲ ਪਾਏਗਾ। ਜਦ ਸਾਲਸਰਾਏ ਜੌਹਰੀ ਨੇ, ਜਿੱਥੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਸੁਸ਼ੋਭਿਤ ਹੈ, ਇਹਦਾ ਘਰ ਹੁੰਦਾ ਸੀ, ਹਵੇਲੀ ਹੁੰਦੀ ਸੀ, ਜਿੱਥੇ ਤਖਤ ਸਾਹਿਬ ਵਾਲਾ ਪਵਿੱਤਰ ਸਥਾਨ ਹੈ, ਕਲਗੀਧਰ ਮਹਾਰਾਜ ਦਾ ਪ੍ਰਗਟ ਅਵਤਾਰ ਅਸਥਾਨ। ਉਸ ਜਗ੍ਹਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਵਿੱਤਰ ਕੀਤਾ ਹੈ। ਇਹ ਸਾਲਸਰਾਏ ਜੌਹਰੀ ਦੀ ਸ਼ਰਧਾ ਸੀ, ਉਹਨੇ 101 ਰੁਪਈਆ ਤਾਂ ਦਰਸ਼ਨੀ ਭੇਟਾ ਹੀ ਦਿੱਤੀ। ਕਹਿੰਦਾ ਵੀ ਇਹਦਾ ਮੁੱਲ ਭਾਵੇਂ ਮੈਂ ਸਭ ਕੁਛ ਹੀ ਦੇ ਦਿਆਂ, ਜੋ ਆਪਣੀ ਜ਼ਮੀਨ ਜਾਇਦਾਦ, ਦੁਕਾਨ, ਹੀਰੇ ਮੋਤੀ ਜਵਾਹਰਾਤ, ਫਿਰ ਵੀ ਇਹਦਾ ਮੁੱਲ ਨਹੀਂ ਤਾਰ ਸਕਦਾ। ਇਹ ਬੜਾ ਕੀਮਤੀ ਹੈ। 101 ਰੁਪਈਆ ਦੀ ਦਰਸ਼ਨੀ ਭੇਟਾ ਨੂੰ ਲੈ ਜਾ। ਤੇ 7 ਵਾਰ ਭਾਈ ਮਰਦਾਨਾ ਜੀ ਦੇ ਗੁਰੂ ਸਾਹਿਬ ਨੇ ਫੇਰੇ ਮਰਵਾਏ ਸਨ। ਮਾਰੇ ਕਹਿੰਦੇ ਮਰਦਾਨਿਆਂ ਲਾਲਚ ਨਹੀਂ ਕਰੀਦਾ, ਤੂੰ ਦੱਸ ਜਦ ਆਪਾਂ ਚੀਜ਼ ਵੇਚੀ ਹੋਈ ਨਹੀਂ ਤਾਂ ਪੈਸੇ ਕਾਹਦੇ ਤੂੰ ਲੈ ਕੇ ਆਇਆ? ਫਿਰ ਭਦੋ ਭਰੀ ਭਾਈ ਮਰਦਾਨਾ ਜੀ ਨੇ ਸਾਲਸਰਾਏ ਜੌਹਰੀ ਨੂੰ ਪੈਸੇ ਵਾਪਸ ਕਰਨੇ ਚਾਹੇ, ਉਹ ਲਵੇ ਕੋਈ ਨਾ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਆਪਾਂ ਰੱਖਣੇ ਨਹੀਂ। ਗੱਲ ਸਹੀ ਹੈ, ਮਰਦਾਨਾ ਵੀ ਕਹਿੰਦਾ। ਬਦੋ ਬਦੀ ਉਹਦੇ ਘਰ ਸੁੱਟ ਕੇ ਆ ਗਿਆ। ਉਹਨੇ ਸੋਚਿਆ ਮਨਾ ਇਹੋ ਜਿਹੇ ਮਹਾਤਮਾ ਦੇ ਦਰਸ਼ਨ ਕਰਨੇ ਚਾਹੀਦੇ ਨੇ, ਕਿਉਂਕਿ ਭਾਈ ਸਾਹਿਬ ਕਹਿਣ ਲੱਗੇ ਕਿ ਜੋ ਮੇਰੇ ਮਾਲਕ ਮਹਾਂਪੁਰਖ ਨੇ
उन्होंने मैंने हुक्म किया है भी आप माया नहीं लैनी। कहते यहो जे कलयुग के भयानक समय के यहो जिहा उच्ची अवस्था वाला किहड़ा संत है जिहड़ा माया तो बचिया होया, दुनिया का हाथों से हथ मार के लुटन की कोशिश करती है। ऐसे महापुरखों के दर्शन करिए, अपना अदरका सेवक भेजिए, ਉਹਦੇ ਤੇ गुरु साहब ने पहला बख्शिश कर दी, फिर प्रशादे का थाल सजा के तैयार करके कुदरती अपने आप ही मर्दाना का भाई साहब हम की बैठ गया। कह लगा महाराज मैं तो मर गया, ये मैं भुखा हाँ, मैनू तो प्रशादा चाहिए, ये चंगा तुसीं लाल दिता है, मेरे 7 फेरे मरवा दिते हैं, ते इंज मारे कहते कोई नहीं, तेरे कर्मां च हो ते तेनों परमात्मा इत्थे दे देऊगा। इन्ने चेर नूं साल सराय जौहरी थाल लैके आ गया। पर कहने लै भाई मर्दानिया तू तां खा, कहते नहीं जी इंज नहीं छकीदा, हुण तुसीं सारे इकट्ठे होए हो, पहलां तुसीं भोग लाओगे, मैं कल्ला खांदा चंगा थोड़ा लगदा, पहला तुसीं छड्डो। मारे कहते भाई तैनूं भुख लगी है, आपां तां जी 4 गल्लां करनियां ने धर्म दीयां, रब दे घर दे वचन विलास करने ने, तैनूं भुख लगी तूं छड्ड गई। आपां कथा करिए, कोई विचार करिए ब्रह्म दे। कहते महाराज भी मम्मी तुहाडे नाल छड्डू। महाराज कहते चंगा, इसे पा के कहते लै आ अपना हिस्सा तूं छड्ड लै ते असीं कथा करके छड्डदे हां। सो इंज गुरु महाराज ने साल सराई जौहरी नाल ब्रह्म दे विचार कीते, और उहदे ते बख्शिश करके उन्होंने ब्रह्म ज्ञान बख्शिया। आख्या भाई तेरा जिहड़ा सेवक तेरा दास है, इहदे विच तेरे नालों ज्यादा श्रद्धा है अदरका तेरा सेवक, ते बख्शिश पहला तो ये करनी सी, पर तू मालक है, इस करके दुनियावी तौर पर तेरा सत्कार कर दिया। पहला असी तेनों मंजी देंदे हां, ते साडे नाल वादा कर वचन कर भी अपने धीआं पुत्तां दा मोह नहीं करेंगे, आप तो बाद अदरके नूं मंजी देनी है कि मेरी 7 वचन। कहंदा जी ये लाल कैसा है? मरदाना जी भी पूछने लगा। सतगुरु जी कहते मरदानिया ये लाल की कीमत दुनिया दे विच कोई नहीं पा सकता, क्योंकि ये दुनियावी माया नहीं है, ये तो परमेश्वर का नाम है। गज के को सतनाम श्री वाहिगुरू, साई नाम अमोल कीमत कोई जान दो, जिन्ना पाक मथाए से नानक हरन मान दो। ये साई का नाम है। ये मरदाना जी तुहानूं उदाहरण दित्ती है कि तुहाडे कोल महाराज का कीर्तन नाम बाणी का अभ्यास रूप एक अमोलक नाल है, किनूं हिरदे रूपी कोठाली दे विच बक्से दे विच जिहदे च गहना सांभिया हुंदा, इहनूं सांभ के रखो। पंजवें पातशाह का भजन श्लोक बहुत शास्त्र बहुत सिमरते पेखे सिर पट ढोर, पूजस नाही हर हरे नानक नाम अमोल। वाहिगुरू का नाम ऐसा अमोलक है, शास्त्र सिमरती आदि यदि बराबरी नहीं कर सकते, यदि कोई कीमत नहीं पा सकता, इसलिए यदि कीमत कोई नहीं है। तो ये साल सराय जौहरी ने पहचानिया है, जो दर्शनी बैठक 101 रुपया देते। इंज महाराज ने साध संगत जीओ वाहिगुरू के नाम नो माया के नालों को शीश जनाया, और हमेशा भाई मर्दाना जी को शिक्षा देते रहे। एक बार दिल्ली के विच जब पूजा कराने का फुरना भाई साहब के मन में आया, तो संगतां दे पासों गुरु साहब ने इन्नी पूजा कराई कि भेटावां दे ढेर लग गए।
जब भाई साहब पंडा बन के चुकन लगे तो सतगुरु जी कहते मरदाना जी की कर लगे हो, ये कितने ले जाओगे पंडा? आपा तो किते दे किते जाना है, छड़ दे खेड़ा मोह नहीं करीदा। ਜਿਹੜੇ ਲੋੜਵੰਦ ਨੇ ਗਰੀਬ ਨੇ ਉਹਨਾਂ ਦੇ ਵਿੱਚ ਵੰਡਦੇ। ਕਿਉਂ? ਸਤਿਗੁਰੂ ਜੀ ਨੇ ਕਹਿ ਕੇ ਮਰਦਾਨਾ ਜੀ ਦੇ ਪਾਸੋਂ ਉਹ ਜਿੰਨੀਆਂ ਵੀ ਭੇਟਾਵਾਂ ਇਕੱਤਰ ਹੋਈਆਂ ਉਹ ਸਾਰੀਆਂ ਹੀ ਗਰੀਬਾਂ ਦੇ ਵਿੱਚ ਵੰਡਾ ਦਿੱਤੀਆਂ ਮਹਾਰਾਜ ਨੇ। ਪਰ ਆਪ ਤੋਂ ਮਾਇਆ ਨੂੰ 12 ਕੋਹ ਦੂਰ ਰੱਖਿਆ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 6 ਕੋਹ ਦੂਰ ਰੱਖਿਆ। ਗੁਰੂ ਕਾ ਲੰਗਰ जो भी रस पानी होंगे सब छकाई जाते। माता की भी 100 सोए दिन होए उठाले, लंगर दौलत वंडी है, रस अमृत खीर प्याले। जो सवेर का दुध होंगे ਉਹਦੀ खीर बना देंगे, जोड़ा रात का नहीं जमाया होंगे ਉਹਦਾ रिटकना पा गया, एक घिओ कढ़ के वो भी विचे पा गया संगत को छका देंगे, कुछ जमा नहीं सन करते। सो माता खीवी का सुभाव ही इन्हों के अगों सीगा। धन गुरु अमरदास महाराज जी ने दरवाजे तो अंदर आने का हुक्म नहीं दिता, रस्ता के भरे हुए गड्ढे दरवाजे अगे खड़े रहते, एक दिन के पकड़ जोगी वरतन जोगी रस्त रहते, बाकी वारी के मुताबिक। धन गुरु रामदास महाराज ने चरनी लाया पर साढ़े हिरदियां के उपर पक्का ही कब्जा करके बैठ गई। सच्चे पातशाह कृपा करना। भगत कबीर साहब जी को एक बार माई लोई कहन लगी, कहते भगत जी आ जी सोहनी जी बीबी बड़े वधिया वधिया गहने पाए हुए, साड़ी लाई हुई, बड़ा सोहना इहदे हत्थ च पर्स सीगा, किन्नियां नोटां दीयां दथियां, ये किहड़ी सीगी बीबी? ये बड़ा तुहाडे नाल मिठे बोल दे विच वचन कर रही सी, बड़े तुहानू पैसे दे रही पर तुसीं लए नहीं, ते इहदी बेदबी क्यों कीती जी? क्योंकि वो जो माया सी बीबी का रूप धार के भगत जी के कोलों कोई खेस या कोई दरी आदि कपड़ा बनाने वास्ते आ गई। भगत जी कहते भाई वारी के मुताबिक काम होएगा। कहते जी नहीं, आ माया मेरे को वध लै लो तो मैनू जल्दी है, मेरा काम टाइम के आधार पर करो। कहते नहीं भाई, काम तो वारी मुताबिक ही होगा, तो मजदूरी भी जिन्नी मैं मिथी हुई है उन्नी लाओगे, वध नहीं। जब उन्हें अपना पर्स जहा खोलिया, नोटा दियां थलियां जिहां दिखाइया, तो कबीर जी ने वेखिया भी ये तो माया भाई, ਉਹਦਾ ਨਿਰਾਦਰ ਕੀਤਾ। नाको काटी कानो काटी काट कोट के डारी, कौ कबीर संतन की बैरन, तीन लोक की प्यारी। ਉਹਦਾ नक कटदा, ਉਹਦਾ ਕੰਨ कटदा, ਉਹਦੀ गुत वढ़दी, धक्के मार के बाहर कढ़ता। कहते लोई ये माया सीगी, सानू छलन वास्ते आई सी, पर आप इहदे काबू नहीं आए। महाराज ने सानू बचा लिया। कहती महाराज जे आपको नहीं चाहिए तो आप संतां साधुओं नहीं छका दिया करिए। कहते नहीं, ये गल नहीं करते, मैं नहीं इहनूं धारण करना। इन्हें छल करके साडे ते कब्जा कर लेना तो रब का नाम छुट जाऊगा। जिवें श्री गुरु नानक देव महाराज जी ने कलयुग दी पेशकशां नूं जुत्ती की नोक ना ठुकरा के ते प्रभु के नाम को सीस उपर विराजमान किया है। जितों श्री राग प्रारंभ होता है, श्री राग महला पहला घर पहला, एक ओंकार सतगुर प्रसाद। मोती का मंदिर उसर राग श्री राग महला पहला घर पहला ओंकार सतगुर प्रसाद। मोती का मंदिर उसर रतनी ता होए जड़ाओ, कस्तूर कुंगु अगर चंदन लीप आवे चाओ। मत देख भूल विसर
तेरा चित न आवे नाओ। कहते भाई ये जड़े माया के मंदिर बना के उन्हें देने ने ये प्रभु का नाम भुल जाता है। सतगुरु नानक देव महाराज जी ने उन्होंने ठुकराया है। हर दिन जियो जल बल जाओ, मैं अपना गुरपोश देखिया, अबर नहीं था रहाओ। धरती ता हीरे लाल जड़ते, पलक लाल जड़ाओ। मोहनी मुख मणि सो है, करे रंग बसाओ। मत देख भूला विसर, तेरा चित न आवे नाम। सिद्ध हुआ सिद्ध लई, रिद अख आओ। गुप्त प्रगट होए पैसा, लोक राखे भाओ। मत देख भूला विसर, तेरा चित न आवे नाम। जिस तरह शिपा के उपर चौकी सोई हमेशा ध्रुव बन रही है, क्यों सतगुरु जी गल कलयुग ना कर रहे हैं, उपदेश कलयुगी जियां नूं दे रहे हैं, पर ध्यान उन्होंने प्रभु के चरणों में आपदे आप नूं वाहिगुरू जी के सन्मुख खड़े होया महसूस करते हैं, रब के चरणों में बेनती कर रहे हैं। मत देख भूला विसर, तेरा चित ना बहना। ये महाराज किता इन्हां चीज़ों में वेख के मैनूं तेरा नाम ही ना चेते आए, सानूं तेरा नाम चाहिए। सुल्तान होवन मेल लश्कर, तख्त रखा पाओ। हुक्म हासिल करी बैठा, नानका सब वाओ। वाओ कहते हवा दे खड़के, पखा चलता है ना, ਜਾਂ हनेरी आती है, पत्ते खड़खड़ करते हैं, एकदम बहुत ज़्यादा आवाज़ आती। कई बार इंसान डर भी जाता, पर वो खड़खड़ करती लंघ जाती है। तो इंज हवा के बुले की तरह, हवा के खड़के की तरह जो बादशाहियां ने, सिद्धां दियां सिद्धियां रिद्धियां ने, जो उच्चे उच्चे मंदिर महल माड़ियां सोने के जड़तकारी वाले थड़े बने हुए, जिथे बैठ के संत उपदेश करन, सोने सोने लगे हुए चंदोए, सब कुछ वजूद है। सुल्तान होवन मेल लश्कर, तख्त रख बाओ। हुक्म हासिल करी बैठ, नानका सब वाओ। मत देख भूला विसर, तेरा चित न आवे नाम। जिस आसन हम बैठे इतने बैस गया, किन्ने ही बैठ के चले गए, तो स्थिर नहीं है। इसलिए हे लोई माया नाल मोह नहीं करीदा, माया के अगे धूप नहीं दिखाई दी। धूप दिखाओ तो माया के पति भगवान के चरणों के विच दिखाओ। जय माता नी जय प्यो भी आखो, जिहदी कृपा दे नाल सानू शरीर मिलिया, सोहना बड़ा सब कुछ कारोबार मिले। तो इस वास्ते जय लक्ष्मी ते ओहदे अगे नहीं, प्रभु का नाम जपदे ओहदे चरणों के विच मत्था टेकना चाहिए। कहते महाराज तुहानूं तां समझाउण दा कोई फायदा नहीं, तुसीं गल मनदे नहीं। जे तुहानूं नहीं लोड़, गरीबी च ही रहना पसंद करते हो, तो मेरे भरावां घर ही भेज दो। कहते चंगा, कल नूं आऊगी, क्योंकि खैड़ा तो उन्हें छड्डना नहीं। जे आऊगी तो मैं कहूँगा भी मेरा खैड़ा छड्ड, तूं लोई दे भरावां घर जा। कहते हाँ जी महाराज, बड़ी खुश हुई ते जद आग्ञा की वो चली गई जी। इहो जिहा उन्हें कौतक रचाया कि वो मीह पैण तो उन्होंने खड्डियां खुड्डियां खराब हो गई। जदों नवीं जगह के खड्डियां पुट्टन लगे तो विचों सोने दी मोहरां दी गागरां निकल आईयां। ते दिनों देनी अमीर बन गए, सोहने महल पाणियां ते करदियां कराउंदियां उन्हां दा सत्कार हो गया। ते राजे की नौकरी भी लग गई, राजे ने वजीर बना लए। इहो जिहा कौतक होया।
फिर ਉਹਦੇ ਲੜਕੇ ਨੂੰ ਕੋਈ ਵੇਖਣ ਆਇਆ, ਗੁਆਂਢੀ ਰਾਜੇ ਦਾ ਕੋਈ ਨੁਮਾਇੰਦਾ, ਤੇ ਇਹਨਾਂ ਨੇ ਭਾਜੀ ਮਾਰੀ ਕਿ ਉਹ ਤਾਂ ਸਿੱਧਾ ਸਾਧਰਾ ਕਮਲਾ ਹੈ, ਤੁਸੀਂ ਸਾਡੇ ਅੱਲਾ ਦਿੱਤੇ ਨੂੰ ਰਿਸ਼ਤਾ ਕਰ ਜਾਓ। ਉਹਨੇ ਵਜ਼ੀਰਾਂ ਨੇ ਆਖਿਆ ਵੀ ਤੂੰ ਇਹੋ ਜਿਹੇ ਵਜ਼ੀਰ ਰੱਖੇ ਨੇ, ਕਹਿੰਦੇ ਜਲਾਏ ਨੇ, ਕਹਿੰਦੇ ਫਿਰ ਯਾਦ ਦਾ ਸੁਭਾਅ ਨਹੀਂ ਗਿਆ। ਇਹਨਾਂ ਨੂੰ ਤਾਂ ਸਿਫਤ ਕਰਨੀ ਚਾਹੀਦੀ ਸੀ, ਪਰ ਇਹ ਕਹਿ ਰਹੇ ਨੇ ਵੀ ਰਾਜੇ ਦਾ ਮੁੰਡਾ ਤਾਂ ਸਿੱਧਰਾ ਹੈ, ਤੁਸੀਂ ਸਾਡੇ ਅੱਲਾ ਦਿੱਤੇ ਨੂੰ ਰਿਸ਼ਤਾ ਕਰ ਦਿਓ। ਉਹਨੂੰ ਗੁੱਸਾ ਤਾਂ ਬੜਾ ਆਇਆ, ਪਰ ਨੀਤੀ ਨਾਲ ਕਹਿਣ ਲੱਗਿਆ ਵੀ ਹੁਣ ਮੈਂ ਇਹਨਾਂ ਨੂੰ ਤਰੀਕੇ ਨਾਲ ਮਾਰਾਂਗਾ ਜਿਹੜਾ ਕਿਸੇ ਨੂੰ ਪਤਾ ਨਾ ਲੱਗੇ। ਤੇ ਇਸ ਲਈ ਤੂੰ ਉਹਨਾਂ ਨੂੰ ਭੁਲੇਖਾ ਪਾ ਦੇ ਕਿ ਚਲੋ ਤਿਆਰੀ ਕਰੋ, ਮੈਂ ਤੁਹਾਡੇ ਮੁੰਡੇ ਨੂੰ ਹੀ ਰਿਸ਼ਤਾ ਕਰਾਂਗਾ। ਤੋ ਐਸਾ ਮਾਇਆ ਦਾ ਪ੍ਰਤਾਪ ਵਰਤਿਆ। ਇਹਨਾਂ ਨੇ ਬੜੀ ਖੁਸ਼ੀ ਮਨਾਈ। ਰਾਜੇ ਨੂੰ ਕਿਹਾ ਜੀ ਹੁਣ ਸਾਨੂੰ ਜਗ੍ਹਾ ਵੀ ਦਿਓ। ਉਹਨੇ ਵੱਖਰੇ ਮਹੱਲ ਦੇ ਦਿੱਤੇ, ਸਮਾਗਮ ਰੱਖ ਲਿਆ, ਡੇਟ ਟਾਈਮ ਫਿਕਸ ਹੋ ਗਿਆ। ਤੇ ਆਪਣੀ ਭੈਣ ਮਾਤਾ ਲੋਈ ਨੂੰ ਵੀ ਸੁਨੇਹਾ ਭੇਜ ਦਿੱਤਾ। ਕਬੀਰ ਸਾਹਿਬ ਜੀ ਜਾਣ ਬੁੱਝ ਕੇ ਕੁਛ ਲੇਟ ਆਏ ਤੇ ਦੂਰੋਂ ਜਦ ਵੇਖਿਆ ਤੇ ਉਹ ਜਿਸ ਤਰ੍ਹਾਂ ਆਤਿਸ਼ਬਾਜ਼ੀ ਚੱਲਦੀ ਹੁੰਦੇ, ਕਹਿੰਦੀ ਵੇਖੋ ਕਬੀਰ ਸਾਹਿਬ ਜੀ, ਮੇਰੇ ਭਰਾਵਾਂ ਦੇ ਘਰ ਕਿੰਨੀ ਖੁਸ਼ੀ ਹੈ, ਆ ਵੇਖੋ ਆਤਿਸ਼ਬਾਜ਼ੀ ਚੱਲ ਰਹੀ ਹੈ। ਕਬੀਰ ਜੀ ਕਹਿੰਦੇ ਵੀ ਅੱਗੇ ਜਾ ਕੇ ਵੇਖੀ ਭਲਾ ਕੀ ਹੋਇਆ। ਇਹ ਮਾਇਆ ਦੇ ਪਟਾਕੇ ਪੈ ਰਹੇ ਨੇ, ਮਾਇਆ ਨੇ ਕੁਝ ਰਚਾਇਆ ਹੋਇਆ। ਆਤਿਸ਼ਬਾਜ਼ੀ ਮਾਇਆ ਦੀ ਹੈ, ਕਿਉਂਕਿ ਰਾਜੇ ਨੇ ਗੁੱਸੇ ਵਿੱਚ ਆ ਕੇ ਜਿਸ ਮਹਿਲ ਦੇ ਵਿੱਚ ਉਹਨਾਂ ਦਾ ਸਮਾਗਮ ਰੱਖਿਆ, ਉਹਦੇ ਚਾਸ਼ ਵੇਲੇ ਬਰੂਦ ਲਾ ਦਿੱਤਾ। ਜਦੋਂ ਸਾਰੇ ਪਹੁੰਚ ਗਏ, ਬਿਲਕੁਲ ਮੌਕਾ ਸ਼ਗਨ ਦਾ ਆ ਗਿਆ। ਕਹਿੰਦਾ ਜੀ ਸਾਰੇ ਆ ਗਏ? ਕਹਿੰਦੇ ਜੀ ਹਾਂ। ਕੋਈ ਰਿਹਾ ਤਾਂ ਨਹੀਂ ਰਿਸ਼ਤੇਦਾਰ? ਕਹਿੰਦੇ ਕਬੀਰ ਜੀ ਨਹੀਂ ਆਏ। ਕਹਿੰਦੇ ਚੱਲ ਇੱਕ ਅੱਧੇ ਦਾ ਕੀ ਆ। ਕਬੀਰ ਜੀ ਦੇ ਪਹੁੰਚਣ ਤੋਂ ਪਹਿਲਾਂ ਹੀ ਉਹਨੇ ਬਰੂਦ ਨੂੰ ਅੱਗ ਲਾ ਦਿੱਤੀ, ਸਾਰੇ ਉਡਾਤੇ। ਤੋ ਇੰਜ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਤਰ੍ਹਾਂ ਅੱਜ ਦੇ ਜਾਦੂਗਰ ਹੁੰਦੇ ਨੇ, ਸਕੂਲਾਂ 'ਚ ਆਉਂਦੇ ਹੁੰਦੇ, ਉਹਨਾਂ ਰੁਪਈਆ ਇਕੱਠਾ ਕਰਨਾ। ਮੈਂ ਸੋਚਣਾ ਵੀ ਇਹ ਬੰਦੇ ਰੁਪਈਏ ਤੇ ਮਰ ਰਹੇ ਨੇ। ਇਹ ਕਹਿੰਦੇ ਕਿ ਨਿਆਣਿਆਂ ਕੋਲੋਂ, ਜਿਹੜੇ ਮਾਂ ਪਿਓ ਕੋਲੋਂ ਕਦੀ ਅਮਰੂਦ ਖਾਣ ਲਈ ਲੈ ਕੇ ਜਾਣੇ, ਤੇ ਕਦੀ ਉਹ ਲੰਚ ਵਾਸਤੇ, ਉਹ ਮਾੜਾ ਮੋਟਾ ਖਾਣ ਪੀਣ ਵਾਸਤੇ, ਉਹਨਾਂ ਰੁਪਈਆ ਇਕੱਠਾ ਕਰਕੇ ਤੇ ਆਪਣੀ ਬੋਝੀ 'ਚ ਪਾਉਣਾ, ਤੇ ਉਹ ਉਹਨਾਂ ਨੇ ਪੈਸੇ ਕੱਢ ਦਿਖਾਉਣੇ। ਕਿਸੇ ਦੇ ਕੰਨ 'ਚੋਂ ਕੱਢੀ ਜਾਣੇ, ਕਿਸੇ ਦੇ ਸਰੀਰ 'ਚੋਂ ਕੱਢੀ ਜਾਣੇ, ਕਾਗਜ਼ਾਂ ਤੋਂ ਕਬੂਤਰ ਬਣਾ ਕੇ ਵਿਖਾਈ ਜਾਣੇ। ਸੋਚਣ ਵਾਲੀ ਗੱਲ ਇਹ ਹੈ ਕਿ ਆਪਾਂ ਚੌਂਕਾਂ 'ਚ ਤਮਾਸ਼ਾ ਕਰਦੇ ਨੇ, ਇੱਕ ਇੱਕ ਪੈਸੇ ਦੇ ਮਰਦੇ ਨੇ, ਕੌਡੀ ਕੌਡੀ ਇਕੱਠੀ ਕਰਦੇ ਨੇ, ਤੇ ਉਹ ਭਾਂਡੇ 'ਚ ਖੜਕਾ ਜਿਹਾ ਕਰਕੇ ਪੈਸੇ ਕੱਢਦੇ ਨੇ। ਉਹ ਫਿਰ ਬਾਅਦ 'ਚ ਪਤਾ ਲੱਗਾ ਵੀ ਜਿਹੜਾ ਇਹਨਾਂ ਦਾ ਜਾਦੂ ਹੈ ਉਹ ਕੇਵਲ ਦਿਖਾਉਣ ਵਾਸਤੇ ਹੈ, ਉਹਨੂੰ ਇਹ ਵਰਤ ਨਹੀਂ ਸਕਦੇ। ਥੋੜਾ ਕੁ ਚਿਰ ਹੈ, ਜਿਵੇਂ ਜਾਦੂ ਦਾ ਜਿਹੜਾ ਤਮਾਸ਼ਾ ਹੁੰਦਾ ਉਹ ਕੇਵਲ ਅੱਖਾਂ ਦਾ ਭੁਲੇਖਾ ਹੁੰਦਾ, ਅਸਲੀ ਉਹਦੇ 'ਚ ਕੁਛ ਨਹੀਂ ਹੁੰਦਾ। ਇੰਝ ਪਰਮਾਤਮਾ ਨੇ ਜਾਦੂ ਦੀ ਖੇਡ ਜਿਹੀ ਰਚਾਈ ਹੋਈ ਹੈ, ਸਾਡੇ ਮਨਾਂ ਦੇ ਵਿੱਚ ਭੁਲੇਖਾ ਜਿਹਾ ਖੜਾ ਕੀਤਾ ਹੋਇਆ। ਜਿਸ ਤਰ੍ਹਾਂ ਸੁੱਤੇ ਪਿਆ ਬੰਦੇ ਨੂੰ ਸੁਪਨਾ ਆਉਂਦਾ ਹੈ, ਤੇ ਜਦ ਅੱਖ ਖੁੱਲ੍ਹਦੀ ਹੈ ਸਭ ਕੁਝ ਉੱਥੇ ਉਸ ਤਰ੍ਹਾਂ ਹੀ ਹੁੰਦਾ। ਜਿਵੇਂ ਕਿ ਜੱਟ ਜ਼ਮੀਨਦਾਰ ਤੇ ਟਾਹਲੀ ਥੱਲੇ ਲੰਮੇ ਪੈ ਗਿਆ ਦੁਪਹਿਰ ਦੇ ਟਾਈਮ ਦੇ, ਹਲ ਵਾਹ ਕੇ ਥੱਕਿਆ ਹੋਇਆ ਸੀ, ਡੱਬ ਕੜਵੀ ਜੀ ਛਾਂ ਦੇ ਸੋਚਣ ਲੱਗ ਪਿਆ ਤੇ ਮੇਰੇ ਕੋਲ ਸੋਹਣੇ ਦਰਖਤ ਹੁੰਦੇ, ਸੰਘਣੀ ਛਾਂ ਹੁੰਦੀ, ਸਰੋਵਰ ਹੁੰਦਾ, ਇੱਕ ਉਹਨੂੰ ਗੋਲੀ ਜਿਹੀ ਲੱਭੀ, ਉਹ ਹੱਥ 'ਚ ਆਉਣ ਤੋਂ ਉਹਦੇ ਫੁੱਲ ਪੂਰੇ ਹੋਣ ਲੱਗ ਪਏ। ਸੋਹਣੀ ਸੰਘਣੀ ਛਾਂ ਵੀ ਹੋ ਗਈ, ਲਾਗੇ ਸਰੋਵਰ ਵੀ ਬਣ ਗਿਆ, ਇਹਦੇ ਵਿੱਚ ਬੇੜੀ ਹੋ ਗਈ, ਬੇੜੀ ਵੀ ਬਣ ਗਈ, ਸੈਰ ਵੀ ਕਰਨ ਲੱਗ ਪਿਆ। ਤੇ ਮੁੜ ਕੇ ਉਹ ਕਿਤੇ ਮਾੜੇ ਕਰਮਾਂ ਨੂੰ ਆ ਕੇ ਪਾਣੀ ਪੀਣ ਲੱਗ ਪਿਆ। ਉਹਨੂੰ ਹੱਥ ਦਾ ਇਸ਼ਾਰਾ ਕਰਕੇ ਡਾਏ, ਕਹਿੰਦਾ ਉੱਡ ਜਾ ਓਏ। ਇਹ
जट का सरोवर है, वो इतने पानी नहीं पी सकता, निकल जाए इतों। कां बड़ा ढीठ होंगे, बड़ों ने इशारा शुरा किया, उची आवाज़ दी पर उड्या नहीं। वो जी गोली अच फड़ी उन्हें बगाह मारी, तो उड़ता भी नहीं उड़ता, वो गोली की तरह मासी सी, वो चिंता बनी। तो महापुरखा ने खालसा जीवन पुस्तक के विच जो टकसाल वालों छपी हुई एक अलंकार लिखा है। जिहड़े अलंकार ने उदाहरण मात्र होंदे ने, गल्लां सच्चियां नहीं होंदियां, केवल समझाउण खातर ये दृष्टांत दे के महापुरखा ने अंतरीप घटाया है सानू समझाउण खातर। ये दा दृष्टांत जीव है जिमींदार, ते देर रूप बने ते बैठा होया, गृहस्थ टाली की डब खड़बी जी छां है, ते चिंतामणी किते नूं लभ पई संगत दे विचों, को माड़ा मोटा घड़ी घंटा सिमरन कर लिया, या कोई इन्हें चलीसा आदि कट लिया, तो माड़ा मोटा फुलने पूरे होने लग पे। जब मुड़ के हंकार आ गया, माड़ा कर्म काम प्रकट हो गया, वो बुरा कर्म अगे आ गया, ते फिर इन्हें साध संगत जी और चिंतामणी की तरह जिहड़ी बाणी है वह नितनेम या संगत दे विच भजन करना त्याग दिता, जिसकी करामात सिमरन की वरत रही सी। इच्छा पूरक सर्व सुख दाता, हर जाके बस है काम देना। सो ऐसा हर ध्याइया मेरे जीअड़े, ता सर्व सुख पावे मेरे मना। जप मन सतनाम सदा सतनाम, हरत पलत को पूजल हुई है, नित ध्याइया हर पुरख निरंजना। रहाओ जह हर सिमरन भया, तह उपादगत कीने, बड़ भागी हर जपना। जब नानक को गुरे मत दीने, जप हर भवजल तरना। मन ने किया हलत सुख पलत सुख, हलत कहते ने ऐस लोक नूं, पलत कहते ने परलोक नूं। नित सुख सिमरनो, गज के को सतनाम श्री वाहिगुरू। वाहिगुरू दे विच नित सुख है, हलत सुख पलत सुख, नित सुख सिमरनो। नाम गोविंद का सदा लीजै, मिटे कमाने पाप चराने, साध संगत में मुआ जीजै। वो सिमरन की जिहड़ी चिंता बनी सी इत्थों त्याग दित्ती, जिस करके सारे सुख छिन्न भिन्न हो गए। इन्हूं भुलेखा पै गया, पता नहीं मैं अपनी मेहनत दे नाल सुख लए। मेहनत करने की आज्ञा जरूर है, किरत करने का हुक्म जरूर है, पर काम दे विच बरकत परमात्मा पाउंदा है। मेहनत का फल वो वाहिगुरू अकाल पुरख बख्शिश करता है। नहीं तो मेहनत मजदूरी किरत करने वाले तो बड़े बड़े लोग ने, दिन रात चीनिया वेख्या है, चाइनीज लोग इन्नी हड्ड भन के मेहनत करते हैं, वेख के बंदा दंग रह जाता। वेखन शरीर नॉर्मल जी 12-12 घंटे किते उपर नहीं उठते, पूरा लक ते पूरी तनदेही नाल। इस वास्ते जरूरी नहीं कि मेहनत के नाल किरत के नाल सब कुछ प्राप्त होवे, क्यों परमात्मा की बरकत है, सुख वाहिगुरू अकाल पुरख का दिता हुआ है। इसलिए महाराज के चरणों में अरदास जरूरी है। मेहनत करने तो बाद, किरत करने तो बाद बरकत महाराज ने पानी। तो सच्चे पातशाह जी कहते हैं, जिस जीव के कोल सिमरन है, बाणी का नितनेम है, इतना चढ़ती कला, जे हथों वो कच की गोली की तरह सिमरन गया, ये सब कुछ जिन्ने सुख ने सब हवा के बुले की तरह। माते मतंग जरे जर संग, अनूप उतंग सुरंग सुवारे। ओढ़ तुरंग कुरंग से कूदत, पौन के गौन को जात निवारे। भारी भुजान के भूप भली विद, न्यावत शीस न जात विचारे। इते भये तो कहाँ भय भूपत, अंत को नांगे ही पाए पधारे।
ਇਹ ਬਾਣੀ ਵੇਖਣ ਨੂੰ ਮਾਹੌਲ ਜਿਹਾ ਜਾਪਦੀ ਹੈ, ਪਰ ਉਹਨਾਂ ਨੂੰ ਪੁੱਛ ਕੇ ਵੇਖੋ ਜਦੋਂ ਨੋਟਬੰਦੀ ਹੋਈ, ਜਿਨ੍ਹਾਂ ਦੇ ਵੱਡੇ ਵੱਡੇ ਢੇਰ ਉਹ ਕਾਗਜ਼ੀ ਬਣ ਗਏ, ਕਿੰਨਾ ਦਿਲ ਘਟਿਆ, ਬੜਾ ਘਾਟਾ ਪਿਆ ਦੁਨੀਆ ਨੂੰ। ਤੇ ਅੱਜ ਕੱਲ੍ਹ ਜਿਹੜਾ ਮਾਹੌਲ ਚੱਲ ਰਿਹਾ, ਸਭਨਾਂ ਨੂੰ ਫਿਕਰ ਪਿਆ ਹੋਇਆ ਕਿ ਅਜੇ ਤੱਕ ਤਾਂ ਪੁਰਾਣਾ ਕੰਮ ਚੱਲੀ ਗਿਆ ਤੇ ਗਾਂ ਜੇ 4 5 6 ਮਹੀਨੇ ਤਰ੍ਹਾਂ ਲੰਘ ਗਏ, ਫਿਰ ਤਾਂ ਸਤਿਨਾਮ ਵਾਹਿਗੁਰੂ, ਸਤਿ ਸ੍ਰੀ ਅਕਾਲ, ਫਿਰ ਤਾਂ ਕੁਛ ਨਹੀਂ, ਸਭ ਕੁਛ ਗਿਆ। ਸਭ ਦੁਨੀਆ ਫਿਕਰ ਦੇ ਵਿੱਚ ਹੈ। ਸੋ ਇਸ ਲਈ ਕਿਤੇ ਨਾ ਕਿਤੇ ਆ ਕੇ ਪ੍ਰਮਾਤਮਾ ਨੂੰ ਮੰਨਣਾ ਪਊਗਾ। ਉਹਦੀ ਕੁਦਰਤ ਦੀ ਸਾਰੀ ਖੇਡ ਹੈ, ਕੁਦਰਤ ਕਰਕੇ ਵਸਿਆ ਸੋਏ, ਉਹਦੀ ਸ਼ਕਤੀ ਦੇ ਨਾਲ ਹੀ ਸਾਰੇ ਰਾਗ ਰੰਗ ਤਮਾਸ਼ੇ ਲੱਗੇ ਹੋਏ ਨੇ। ਤੇ ਸਾਰਾ ਜੋ ਵੀ ਕੁਛ ਹੈ ਇਹ ਉਹਨੇ ਖੁਦ ਆਪ ਪੈਦਾ ਕੀਤਾ, ਬਣਾਇਆ ਹੋਇਆ। ਜੇ ਆਪਾਂ ਉਹਦੇ ਚਰਨਾਂ 'ਚ ਅਰਦਾਸ ਕਰਾਂਗੇ, ਉਹਨੂੰ ਮੰਨਾਂਗੇ, ਤੇ ਮਹਾਰਾਜ ਕਿਰਪਾ ਕਰਕੇ ਰਕਸ਼ਾ ਕਰੂਗਾ। ਸੁਖ ਅਤੇ ਖੇਮ ਇਹਦੇ ਅਰਥ ਕੀਤੇ ਜਾਂਦੇ ਨੇ। ਸੁਖ ਦਾ ਅਰਥ ਹੈ ਸੁਖ ਦੀ ਪ੍ਰਾਪਤੀ, ਖੇਮ ਦਾ ਅਰਥ ਹੈ ਜਿਹੜਾ ਪ੍ਰਾਪਤ ਹੋਇਆ ਸੁਖ ਉਹਦੀ ਰੱਖਿਆ। ਮਤਲਬ ਮਾਇਆ ਪ੍ਰਾਪਤ ਹੋਣੀ ਕੋਈ ਵੱਡੀ ਗੱਲ ਨਹੀਂ ਹੈ, ਪਰ ਇਹ ਪਾਸ ਰਹਿਣੀ ਬਹੁਤ ਵੱਡੀ ਗੱਲ ਹੈ, ਕੋਲ ਨਹੀਂ ਰਹਿੰਦੀ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਕਹਿੰਦੇ ਆਉਂਦਾ ਬੜਾ ਕੁਛ ਹੈ ਪਰ ਪਤਾ ਨਹੀਂ ਲੱਗਦਾ ਕਿੱਧਰ ਨੂੰ ਜਾਂਦਾ। ਤਾਂ ਉਹਦੀ ਮਹਾਰਾਜ ਖੇਮ ਰੱਖਿਆ ਕਰਦਾ। ਮਤਲਬ ਅਪ੍ਰਾਪਤੀ ਦੀ ਪ੍ਰਾਪਤੀ ਤੇ ਪ੍ਰਾਪਤੀ ਦੀ ਰੱਖਿਆ, ਇਹ ਮਹਾਰਾਜ ਦੇ ਚਰਨਾਂ ਵਿੱਚੋਂ ਬਖਸ਼ਿਸ਼ ਹੁੰਦੀ ਹੈ। ਸੁੱਖ ਆਉਂਦਾ ਹੈ ਪਰ ਇੱਕਦਮ ਹੀ ਦੁੱਖ ਦੇ ਵਿੱਚ ਬਦਲ ਜਾਂਦਾ। ਤੋ ਇੰਜ ਜੇ ਮਹਾਰਾਜ ਨੂੰ ਮੰਨਾਂਗੇ ਤਾਂ ਮਨ ਦਾ ਸੁੱਖ, ਮਨ ਦੀ ਸ਼ਾਂਤੀ ਪ੍ਰਾਪਤ ਹੋਊਗੀ। ਬਾਕੀ ਸਭ ਇਹ ਤਮਾਸ਼ੇ ਦੀ ਤਰ੍ਹਾਂ ਹੈ, ਮਾਇਆ ਦਾ ਛਲ ਹੈ। ਇੱਕ ਸੁਪਨਾ ਆਇਆ, ਜਗ ਜੀਵਨ ਐਸਾ ਸੁਪਨੇ ਜੈਸਾ, ਜੀਵਨ ਸੁਪਨ ਸਮਾਨਮ। ਇਹ ਬਾਜੀਗਰ ਦੀ ਬਾਜੀ ਦੀ ਤਰ੍ਹਾਂ ਮਹਾਰਾਜ ਦੀ ਖੇਡ ਰਚਾਈ ਹੋਈ ਹੈ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਇੱਕ ਦਿਖਲਾਈ। ਸਾਖ ਉਤਾਰ ਥਮਿਓ ਪਾਸਾਰ, ਦੇਖੋ ਇੱਕ ਅੰਕਾਰ। ਸੋ ਪਿਆਰ ਨਾਲ ਸੁਣੋ ਜੀ। ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ, ਮਾਈ ਮਾਇਆ ਛਲ। ਇਹ ਮੇਰੀ ਮਾਂ, ਇਹ ਮੇਰੇ ਮਾਤਾ ਪਿਤਾ ਰੂਪ ਸੰਤ ਜਨੋ, ਇਹ ਜੋ ਮਾਇਆ ਹੈ ਇਹ ਛਲ ਰੂਪ ਹੈ, ਇਹ ਕਪਟ ਰੂਪ ਹੈ। ਜਿਵੇਂ ਕੱਖਾਂ ਦੀ ਅੱਗ ਹੁੰਦੀ ਹੈ, ਫੂਕ ਫੜਕ ਜਲਦੀ ਹੀ ਲੱਗਦੀ ਹੈ ਤੇ ਜਲਦੀ ਹੀ ਬੁਝ ਜਾਂਦੀ ਹੈ। ਇਹ ਮਾਇਆ ਦਾ ਪ੍ਰਤਾਪ ਝਟਪਟ ਹੀ ਆਉਂਦਾ, ਬਥੇਰਾ ਕੁਛ ਹੈ ਪਰ ਜਾਣ ਲੱਗਿਆ ਪਤਾ ਨਹੀਂ ਲੱਗਦਾ, ਨਾਸ਼ ਹੋ ਜਾਂਦਾ ਹੈ। ਸੋ ਜਿਹੜੀ ਕਿਰਤ ਦੀ ਕਮਾਈ ਹੋਈ ਹੈ ਬਰਕਤ ਉਹਦੇ ਵਿੱਚ ਹੀ ਪੈਂਦੀ ਹੈ। ਜਿਹੜੀ 2 ਨੰਬਰ ਦੀ ਹੈ, ਰਿਸ਼ਵਤ ਦੀ ਹੈ, ਠੱਗੀਆਂ ਠੋਰੀਆਂ ਦੀ ਹੈ, ਉਹ ਜਿਸ ਤਰ੍ਹਾਂ ਆਉਂਦੀ ਹੈ ਉਸੇ ਤਰ੍ਹਾਂ ਤੁਰ ਜਾਂਦੀ ਹੈ। ਵੇਗ ਕੀ ਛਾਇਆ, ਆਹ ਬਦਨਾਂ ਦੀ ਛਾਂ ਤੁਸੀਂ ਵੇਖੀਏ, ਇਹ ਬਦਨਾਂ ਦੀ ਛਾਂ ਵਰਗਾ ਦਾ ਸੁੱਖ ਹੈ। ਗੋਬਿੰਦ ਭਜਨ ਬਿਨਾ, ਗੋਬਿੰਦ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ ਦੇ ਭਜਨ ਤੋਂ, ਸਿਮਰਨ ਤੋਂ ਬਿਨਾ ਹੜਕਾਂ ਜਲ। ਇਉਂ ਪਦਾਰਥਾਂ ਦੀ ਆਵਾਜਾਈ ਹੈ, ਜਿਵੇਂ ਹੜ੍ਹ ਦਾ ਪਾਣੀ ਆ ਕੇ ਲੰਘ ਜਾਂਦਾ ਹੈ ਤੇ ਮਾਰੋ ਮਾਰ ਕਰਦਾ ਆਉਂਦਾ ਹੈ, ਉਸੇ ਤਰ੍ਹਾਂ ਹੀ ਅੱਗੇ ਨੂੰ ਲੰਘ ਜਾਂਦਾ ਹੈ। ਇੰਜ ਭਾਈ ਪਰਮੇਸ਼ਰ ਦੇ ਭਜਨ ਤੋਂ ਬਗੈਰ ਜਿਹੜੇ ਮਾਇਕੀ ਪਦਾਰਥ ਨੇ, ਅੱਖਾਂ ਦੀ ਅੱਗ, ਬੱਦਲਾਂ ਦੀ ਛਾਂ ਤੇ ਹੜ੍ਹ ਦੇ ਜਲ ਦੀ ਤਰ੍ਹਾਂ ਛਿਨ ਭੰਗਰ ਹਨ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ, ਹੋਰ ਵੀ ਦ੍ਰਿਸ਼ਟਾਂਤ ਦਿੱਤੇ ਨੇ। ਜੈਸੇ ਰੈਣ ਬ੍ਰਾਹਮਣੇ ਉੱਠ ਚੜ੍ਹੈ ਪ੍ਰਭਾਤ, ਕਿਆ ਤੂੰ ਰਤਨਾ ਗ੍ਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਹਰਿ ਗੁਣ ਗਾਓ ਮਨ ਸਤਿਗੁਰ ਨਾਲ ਪਿਆਰ। ਸੋ ਇਸੇ ਤਰ੍ਹਾਂ ਹੋਰ ਅਨੇਕਾਂ ਹੀ ਗੁਰਬਾਣੀ ਦੇ ਵਿੱਚ, ਨਾਵੇਂ ਪਾਤਸ਼ਾਹ ਦੀ ਬਾਣੀ ਤੇ ਬਾਬੇ ਫਰੀਦ ਸਾਹਿਬ ਦੀ ਬਾਣੀ ਇਹਨਾਂ ਹੀ ਗੱਲਾਂ ਦਾ ਗਿਆਨ ਕਰਾਉਂਦੀ ਹੈ ਕਿ ਜਗ ਰਚਨਾ ਸਭ ਝੂਠ ਹੈ, ਜਾਣ ਲੈ ਉਹਦੇ ਵੀਰ, ਇਹ ਨਾਨਕ ਤੇਰ ਨਾਰ ਹੈ, ਜਿਉਂ ਬਾਲੋ ਕੀ ਭੀਤ। ਤੋਂ ਅੱਜ ਤੋਂ ਹੀ ਭਾਵੇਂ 5 ਮਿੰਟ ਵਾਹਿਗੁਰੂ ਕਰੀਏ, ਪਰ ਕਰੀਏ ਜ਼ਰੂਰ, ਆਰੰਭ ਕਰ ਦਈਏ। ਜਪਜੀ ਸਾਹਿਬ ਦਾ ਪਾਠ
ਜਿਹਨੂੰ ਮਹਾਰਾਜ ਨੇ ਬਾਣੀ ਪੜ੍ਹਨੀ ਜਾ ਸਿਖਾਈ ਹੈ, ਕੋਈ ਸੇਵਾ, ਕੋਈ ਸਿਮਰਨ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਨੁੱਖਾ ਜਨਮ ਦੀ ਸਫਲਤਾ ਵਾਸਤੇ ਥੋੜਾ ਬਹੁਤਾ ਸਮਾਂ ਕੱਢੀਏ। ਮਹਾਰਾਜ ਨੇ ਜੋ ਗੱਲ ਕਹੀ ਹੈ ਇਹਨੂੰ ਸੋਚੋ ਬੈਠ ਕੇ, ਦੇਖੋ ਅਟਕੋ, ਥੋੜਾ ਜਿਹਾ ਠਹਿਰੋ और ਇਹਨੂੰ ਸੋਚੋ ਕਿ ਜੋ ਆਪਾਂ ਨੇ ਆਖਿਆ ਸਹੀ ਕਿਹਾ ਹੈ। ਰਹਾਉ ਦਾ ਅਰਥ ਇਸ ਉਪਦੇਸ਼ ਨੂੰ ਹਿਰਦੇ ਰੂਪੀ ਧਰਤੀ ਦੇ ਵਿੱਚ ਬੀਜੋ। ਝੂਠ ਸਿਆਣਪਾ ਬਹੁ ਚਤੁਰਾਈ, ਇਸ ਲਈ ਬੁੱਧੀ ਦੀ ਚਤੁਰਾਈ ਤੇ ਬਹੁਤੇ ਵਾਕਾਂ ਦੀ ਚਤੁਰਤਾ ਛੱਡ ਦੇਵੋ। ਹੋਏ ਕਰ ਜੋੜ ਸਾਧ ਮਗ ਚਾਲਾ, ਦੋਵੇਂ ਹੱਥ ਜੋੜ ਕਰਕੇ ਮਨ ਤੇ ਬੁੱਧ ਰੂਪ ਸੱਜਾ ਗੱਫਾ ਦੋਵੇਂ ਹੱਥ ਜੋੜ ਕੇ ਜਾਂ ਮਿਲਾ ਕੇ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਰਸਤੇ ਚੱਲਣਾ ਕਰੋ। ਸੋ ਸੂਦੇ ਸੂਦੇ ਰੇਗ ਚਲੋ ਹੋ ਤੋ, ਸਿੱਧੇ ਰਸਤੇ ਚੱਲੋ, ਨੀਗੇ ਟੇਢੇ ਨਾ ਚੱਲੋ। ਸੂਦੇ ਰਸਤੇ ਵੇਗ ਚਲੋ ਤੂੰ ਨਦਰ ਕੋ ਧੱਕਾ ਦਵਾਈ ਹੈ, ਨਹੀਂ ਤਾਂ ਜਿਹੜਾ ਜਾਮ ਹੈ ਸੂਦੇ ਸੂਦੇ ਰੇਗ ਚਲੋ ਹੋ ਤੁਮ ਨਦਰ ਕੋ ਧੱਕਾ ਦਵਾਈ ਹੈ। ਜੇ ਸਿੱਧੇ ਚੱਲੋਗੇ ਤਾਂ ਸਹੀ ਪਹੁੰਚੋਗੇ, ਜੇ ਵਿੰਗੇ ਟੇਢੇ ਗਏ ਤੇ ਨਹੀਂ ਤਾਂ ਵੀ ਸਾਨੂੰ ਨਾ ਆਖਿਓ ਆਪਾਂ ਦੱਸਿਆ ਨਹੀਂ। ਜਿਹੜਾ ਜਾਮ ਹੈ ਇਹੋ ਜਿਹਾ ਧੱਕੂਗਾ, ਧੱਕਾ ਦੇ ਕੇ ਇਹੋ ਜਿਹਾ ਸੁੱਟੂਗਾ, ਮੁੜ ਕੇ ਉੱਠ ਨਹੀਂ ਪਾਉਂਗੇ। ਜਿਹੜਾ ਸਿੱਧਾ ਰਸਤਾ ਗੁਰਮੁਖ ਗਾਡੀ ਰਾਹ ਚੱਲਦਾ, ਗੁਰੂ ਨਾਨਕ ਸਾਹਿਬ ਨੇ ਭਾਵ ਭਗਤੀ ਦਾ, ਪ੍ਰੇਮਾ ਭਗਤੀ ਦਾ, ਰਹਿਤ ਮਰਿਆਦਾ ਵਾਲਾ ਗੁਰਸਿੱਖੀ ਦਾ ਸਿੱਧਾ ਰਸਤਾ ਦਿੱਤਾ ਹੈ। ਇਹਦੇ ਉੱਪਰ ਪਿਆਰ ਦੇ ਨਾਲ ਚੱਲੀ ਜਾਓ। ਟੇਢੀ ਪੱਗ ਨਹੀਂ ਕਦੀ ਬੰਨਣੀ। ਉਹ ਸਾਡਾ ਪੀਟੀ ਮਾਸਟਰ ਹੁੰਦਾ ਸੀ, ਮੈਨੂੰ ਤਾਂ ਬੰਨਣ ਦੀ ਜਾਚ ਹੀ ਨਹੀਂ ਸੀਗੀ। ਸਕੂਲ ਦੇ ਵਿੱਚ ਕਾਲਜ 'ਚ ਮੁੰਡਿਆਂ ਨੇ ਆਖਿਆ ਵੀ ਕਾਕਾ ਗੱਲ ਇਸ ਤਰ੍ਹਾਂ ਵੀ ਹੁਣ ਕਾਲਜ ਹੈ, ਇੱਥੇ ਪੱਗ ਬਣ ਕੇ ਆਉਣਾ ਹੈ, ਇਹ ਪੜੀਆਂ ਨਹੀਂ ਚੱਲਦੀਆਂ। ਤੇ ਜੇ ਨਹੀਂ ਬਣਦੀ ਜਾਚ ਇੱਕ ਦਿਨ ਉਹਨਾਂ ਬੰਨ੍ਹਦੀ। ਫੈਡਰੇਸ਼ਨ ਦਾ ਰਾਜ ਸੀਗਾ ਚੜ੍ਹਦੀ ਕਲਾ ਦੇ ਨਾਲ। ਤੇ ਉਹ ਸਕੂਲ ਦੇ ਵਿੱਚ ਜਿੰਨੇ ਵੀ ਟੇਢੀ ਪੱਗ ਬੰਨ੍ਹ ਕੇ ਉਹਨਾਂ ਨੇ ਫੜ ਲੈਣਾ ਡੰਡਾ। ਅੰਮ੍ਰਿਤਧਾਰੀ ਸੀਗਾ, ਅੰਮ੍ਰਿਤ ਦਾ ਕੰਮ ਹੀ ਛੱਡਿਆ ਸੀ। ਉਹਨੇ ਲਾ ਲੈਣੀ ਕਲਾਸ, ਕਹਿਣਾ ਕੰਨ ਫੜੋ, ਪੱਗਾਂ ਲਵਾ ਕੇ ਕਹਿਣਾ ਸਿੱਧੀਆਂ ਕਰੋ। ਬਲੈਕੀਏ ਜਿਹੜੇ ਬਾਰਡਰ ਤੇ ਬਲੈਕ ਕਰਦੇ ਨੇ, ਫੀਮ ਪੋਸਤੀ ਬੰਦੇ, ਉਹਨਾਂ ਦੀਆਂ ਪੱਗਾਂ ਟੇਢੀਆਂ ਹੁੰਦੀਆਂ ਨੇ, ਆਪਣੀਆਂ ਪੋਸਤੀਆਂ ਦੀਆਂ। ਖੁਰਕੀ ਜਾਣਾ ਤੇ ਕਮਾਈ ਜਾਣੀ ਤੇ ਤਕਾਲਾਂ ਤੱਕ ਪੂਰੀ ਥਾਂ ਚਾੜ ਦੇਣੀ। ਕਿਉਂ ਸ਼ਰਾਰਤੀ ਬੰਦਾ ਟੇਢੀ ਪੱਗ ਬੰਨ੍ਹਦਾ, ਸਿੱਧੀ ਪੱਗ ਬੰਨ੍ਹੋ। ਮਹਾਰਾਜ ਨੇ ਆਖਿਆ ਵੀ ਟੇਢੀ ਪੱਗ ਸ਼ਰਾਰਤੀ ਮਨ ਦੀ ਨਿਸ਼ਾਨੀ ਹੈ। ਟੇਢੇ ਚੱਲੇ ਉੱਪਰ ਦੀ ਤੁਰਲਾ ਤੇ ਥੱਲੇ ਦੀ ਫਰਲਾ, ਮਾਇਆ ਲਾ ਕੇ ਤੇ ਟੇਢੀ ਬਣ ਕੇ ਕਹਿਣਾ ਵੀ ਸਾਡੇ ਵਰਗਾ ਤਾਂ ਕੋਈ ਸ਼ਾਹੂਕਾਰ ਹੀ ਨਹੀਂ ਹੈ। ਆਪਣੇ ਆਪ ਨੂੰ ਸ਼ਾਹ ਗਵਾਉਣਾ, ਚਾਰ ਕਸ਼ਰਣਾ ਪਾ ਕੇ, ਚਾਰ ਕਟੀਆਂ ਪਾ ਕੇ ਕਹਿਣਾ ਵੀ ਮੈਂ ਸ਼ਾਹੂਕਾਰ। ਟੇਢੀ ਪੱਗ ਟੇਢੇ ਚੱਲੇ, ਚੱਲਣਾ ਵੀ ਟੇਢਾ, ਯਾਨੀ ਗੁਰਦੁਆਰੇ ਦੇ ਮੰਦਰ ਮਸੀਤ ਦੇ ਰਸਤੇ ਨਹੀਂ ਚੱਲਣਾ, ਸੰਗਤ ਦੇ ਰਸਤੇ ਨਹੀਂ ਚੱਲਣਾ। ਟੇਢਾ ਕੋਟ ਕਚਹਿਰੀਆਂ ਝੂਠ ਬੋਲਣ ਵਾਲੇ ਰਸਤੇ। ਸਾਰੀ ਦਿਹਾੜੀ ਉੱਥੇ ਖੜੇ ਰਹਿਣਾ ਵੀ ਕੋਈ ਆਉਂਦਾ ਸਾਡੇ ਕੋਲ ਗਵਾਹੀ ਪਾਉਂਦਾ, ਇੱਕ ਸਾਈਡ ਕਰਨ ਦਾ ਕੱਢੋ ਜੀ 500 ਰੁਪਈਆ, ਕੱਢੋ ਜੀ ਲੱਖ ਰੁਪਈਆ। ਤੇ ਉਹ ਗਵਾਹੀਆਂ ਦਾ ਬੜਾ ਮੁੱਲ ਹੈ। ਇਹੋ ਜਿਹੇ ਕੰਮ, ਝੂਠੇ ਨੂੰ ਸੱਚਾ, ਸੱਚੇ ਨੂੰ ਝੂਠਾ ਬਣਾ ਦੇਣਾ। ਕਹਿੰਦੇ ਟੇਢੀ ਪੱਗ ਟੇਢੇ ਚੱਲੇ ਲਾਗੇ ਵੀਰੇ ਖਾਂ, ਜਿਹਨੂੰ ਕਦੀ ਵੀ ਮੂੰਹ ਨਹੀਂ ਲਾਉਂਦੇ। ਇਹੋ ਜਿਹੇ ਪਾਨਾਂ ਦੀ ਵੇੜੇ ਮੂੰਹ 'ਚ ਚੱਬ ਕੇ ਤੇ ਥੁੱਕ ਕੇ ਤੇ ਮਾਰੇ ਨਾ ਬੁਰੇ ਹਾਲ, ਕਿਤੇ ਪੈਰ ਰੱਖਣ ਦੀ ਜਗ੍ਹਾ ਨਹੀਂ ਛੱਡਣੀ। ਇਹ ਬੰਦਿਆਂ ਵਾਲਾ ਕੰਮ ਥੋੜ੍ਹਾ। ਜਿਹੜੇ ਪਸ਼ੂ ਨੇ, ਡੰਗਰ ਦੀਆਂ ਮੱਝਾਂ ਸਾਡੀਆਂ ਵੇਖੋ, ਉੱਥੇ ਲਿਖ ਕੇ ਲਾਇਆ ਵੀ ਇਹਨਾਂ ਨੂੰ ਵੀ ਕੋਈ ਐਰਾ ਗੈਰਾ ਚੀਜ਼ ਨਹੀਂ ਪਾ ਸਕਦਾ ਬੰਦਾ। ਸਹੀ ਖਾਣਾ ਖਾਂਦੀਆਂ ਨਹੀਂ, ਕਿਉਂਕਿ ਉਹਨਾਂ ਦਾ ਦੁੱਧ ਆ ਪਾਣੀ ਪੀਣਾ। ਨੰਗਲ ਵੀ ਚੰਗੇ ਨੇ ਬੰਦਿਆਂ ਨਾਲੋਂ, ਮਾਫ ਕਰਨਾ। ਤੇ ਜਿਹੜੀ ਚੀਜ਼ ਨੂੰ ਨੱਕ ਨਾਲ ਸਮੈਲ ਆਏ ਤੇ ਬੰਦੇ ਨੂੰ ਉਲਟੀ ਆਉਂਦੀ ਹੈ, ਉਹ ਮੂੰਹ 'ਚ ਪਾਉਣੀ, ਉਹਦੀ ਸਮੋਕਿੰਗ ਲੈਣੀ।
इस वास्ते टेढ़ी पाग टेढ़े चले। राजपूत लोग भी पग्गां बन्नदे, अज भी हिंदुआं दा कोई घोड़ी चढ़े क्योंकि सेहरा तो पग ते लगदा, वो फिर पग तो बन्ननी पऊगी। होने बंदा सेहरा थोड़ा ला सकदा, होने बंदे दे सिर ते सेहरा नहीं लगदा। सेहरे वास्ते पग बन्ननी पैंदी है, भावें कोना ते भावें केसाधारी। इंज महाराज ने तो सत्कार वजों बख्शिश की है, जिन्हों कहते हैं दस्तार। दस्तार का मीनिंग है 10 पेजां वाली, 10 मीटर की घट्टो घट, 6-7 मीटर की ना वड्डी हुंदी ते 3 मीटर की थल्ले केसकी हुंदी है, तो 10 मीटर बन जाते, उन्होंने कहते हैं दस्तार। जिहड़ी माया ला के टोपी की शक्ल दे विच 2-2 हफ्ते महीना ਉਹੀ चलाई जानी, पिन्ना पुन्ना ला के, ना पता लगे दस्तार, ना पता लगे टोपी है। दुकानों से भी विकती होंगे वो टोपियां दियां दस्तारां बनाइया हुई पग्गां दियां। मारे कहते टेढ़ी पाग टेढ़े चले, लागे बीरे खान बीड़े खान लग गए। पाओ भगत स्यों काज ना कछु है, प्रेमा भगती नाल मेरा की काम है। मेरो काम दीवान, मेरा तो काम है दीवाना, कचहरियों के जाके झूठियां गवाहियां देनियां, साडा संगत जान का कोई काम नहीं है बाबा जी। महाराज कहते भी यहो जिहियां सियाणपां चतराइयां ये प्यारिया तू त्याग दे, दोवें हथ जोड़ ते सीधा हो के बंदा बन जा ते गुरद्वारे के रस्ते तुर पा। जे साडी गल मन लेगा तो आजी तरह बड़ा हो जाऊगा, जे नहीं मनेगा धोखा खाएगा, भटकेगा जूना दे विच ते चंगी सैर सूर करके धक्के धुक्के खा के आना तेन फिर इस रस्ते से पऊगा। ये गल असीं एवें हवा च नहीं कर, सोधत सोधत सोध विचारा, बिन हर भजन नहीं छुटकारा। गज के कह दो सतनाम श्री वाहिगुरु जी। सिमर सुआमी अंतर जामे, सारे दे अंदर दी जानन वाले मालिक परमेश्वर के नाम का सिमरन करया कर, उहदे भजन की माला फेरिया कर। मानुका देह काय हो तम भाला, रब ने तैनूं बंदा बनाया तो बंदियां वाले काम कर। बंदा किहनूं कहंदे ने? बंदगी करन वाले। बंदो होए बंदगी गह, बंदा वो है जिहड़ा बंदगी ग्रहण करे। कबीर बड़ी उच्ची उच्ची बोल के कविता पढ़ते होंगे, कहते बंदा हो के बंदगी ना की फिर बंदा अखवाउण का की फायदा। साध हो के मन को साधिया ना फिर साध बनने का की फायदा। तो इंज जे महाराज ने तेन दे दी है, ये मनुखा देह का उत्तम फल है कि तू भक्ति करके ब्रह्म ज्ञान की प्राप्ति करे। वेद बख्यान करत साधु जाना, ये गल इकल्ले असीं नहीं कह रहे, इनू वेद भी ते साधु श्रेष्ठ जिहड़े जन पुरख ने, जिन्हों मर्जी पुछ के वेख लो तो पुछो ब्रह्मी नारद वेद व्यासा कोई। ये साढ़े ते तुहानूं यकीन नहीं है तो ब्रह्मा नूं भावें पुछ लो, ते भावें नारद मुनि नूं पुछ लो, ते भावें वेद व्यास नूं पुछ लो। सारे साधु जन इसे ही गल कथन करते हैं। इसे प्रकार वेद बख्यान करत साधु जाना, संत भगत जन ज्ञान दी गल्लां कथन करते हैं। भागहीन समझत नहीं खल, पर तुता ये खल मूर्खताई वाला पुरख है जिहड़ा भागा तो हीना है, संतां भगतां दे बचनां नूं समझदा नहीं है। जन भगतन को कहो न मानो कि वो अपनों पई है। एक महात्मा के लिबास के विच ते साधु का लिबास पाया होया, किसी जिमीदार के चबारे के काशी च रहिंदा, खाण पीण का जुगाड़ सीगा। ते कबीर जी ने आना उन्होंने समझाउणा, भाई तू मलाई वाला दुध पी के सुता रहिंदा, जांदा इन्हां दा कोई काम करिया कर या भजन करिया कर। उन्हें कहना तू जलाया
ਤੇ ਮੈਨੂੰ ਕੀ ਸਿੱਖਿਆ ਦੇ ਸਕਦਾ? ਮੈਂ ਤਾਂ ਬ੍ਰਾਹਮਣ ਹਾਂ, ਤੂੰ ਆਪਣਾ ਕੰਮ ਕਰ। ਤੈਨੂੰ ਜਲਾਇਆ, ਤੇਰੇ ਅੱਗੇ ਨੂੰ ਲੋੜ ਹੈ ਭਜਨ ਦੀ, ਸਾਨੂੰ ਨਹੀਂ ਲੋੜ, ਅਸੀਂ ਤਾਂ ਜੰਮਦੇ ਹੀ ਬ੍ਰਹਮ ਹਾਂ। ਫਿਰ ਉਹ ਮਾਰ ਕੇ ਗਾਂ ਦਾ ਬੱਚਾ ਬਣਿਆ। ਜਦ ਵੱਡਾ ਹੋਇਆ ਉਹਦੇ ਨੱਕ ਪੜ ਕੇ ਨੱਥ ਪਾ ਲਈ, ਹਰ ਪੰਜਾਲੀ ਮੋਢੇ ਤੇ ਸੁੱਟੀ, ਤੁਰੇ ਹੀ ਨਾ, ਡੰਡੇ ਮਾਰ ਮਾਰ ਕੇ ਤੋੜ ਕੇ ਜਦ ਉਹਨੂੰ ਚੌਂਕ 'ਚ ਲਿਆਂਦਾ, ਉੱਥੇ ਬੈਠ ਹੀ ਗਿਆ। ਕੁੱਟ ਖਾਈ ਜਾਵੇ, ਚੱਲੇ ਹੈ ਨਾ। ਕਬੀਰ ਜੀ ਆਏ, ਕਹਿੰਦੇ ਪਰੇ ਹੋ ਜਾਓ ਭਾਈ, ਕੀ ਗੱਲ ਹੈ? ਕਹਿੰਦੇ ਆਹ ਗੱਲ ਹੈ। ਉਹਨਾਂ ਅੰਤਰ ਜਾਮਦਾ ਨੂੰ ਵੇਖ ਕੇ ਜੇ ਕੰਨ ਫੂਕ ਮਾਰੀ, ਕਹਿੰਦੇ ਪੜਿਆ ਮਾਨਸਾ, ਤੈਨੂੰ ਪਹਿਲਾਂ ਆਖਿਆ ਸੀ ਸਾਡੇ ਆਖੇ ਨਹੀਂ ਲੱਗਾ, ਜੇ ਉਦੋਂ ਤੂੰ ਭਜਨ ਬੰਦਗੀ ਕੀਤੀ ਹੁੰਦੀ ਤੇਰਾ ਛੁਟਕਾਰਾ ਹੋ ਜਾਂਦਾ, ਪਰ ਮਰਨ ਲੱਗਿਆ। ਕਿਉਂਕਿ ਜਿਸ ਗਾਂ ਦਾ ਦੁੱਧ ਪੀਤਾ ਸੀਗਾ, ਧਿਆਨ ਹੀ ਖਾਣ ਪੀਣ 'ਚ ਸੀਗਾ, ਤੇ ਉਸੇ ਗਾਂ ਦਾ ਬੱਚਾ ਬਣ ਕੇ ਜੰਮਿਆ ਕਿ ਲੈ ਹੁਣ ਤੂੰ ਦੁੱਧ ਪੀ ਲਾ ਜਿੰਨਾ ਮਰਜ਼ੀ। ਤੇ ਪਰ ਪੁੱਤ ਹੁਣ ਖਾਣ ਪੀਣ ਦੇ ਦਿਨ ਗਏ, ਹੁਣ ਤਾਂ ਕੰਮ ਕਰਨਾ ਪਊਗਾ। ਜਿੰਨਾ ਨੂੰ ਖਾਧਾ ਪੀਤਾ ਇਹ ਹੁਣ ਉਹਨਾਂ ਮੁੜਕਾ ਚੋਊਗਾ, ਇਹਨਾਂ ਦਾ ਕੰਮ ਕਰੇਗਾ ਤੇ ਤੇਰਾ ਛੁਟਕਾਰਾ ਹੋਊਗਾ। ਇਹਨਾਂ ਕੁੱਟ ਕੁੱਟ ਤੈਨੂੰ ਮਾਰ ਸੁੱਟਣਗੇ ਤੇ ਮੁੜ ਕੇ ਫਿਰ ਤੈਨੂੰ ਲੇਖਾ ਦੇਣਾ ਹੀ ਪਊਗਾ, ਆਉਣਾ ਇਹਨਾਂ ਘਰ ਹੀ ਪਊਗਾ। ਜੇ ਹੁਣੇ ਤੂੰ ਬੰਦਾ ਬਣ ਕੇ ਤੁਰ ਪਏਗਾ ਤਾਂ ਇਸ ਜਨਮ 'ਚ ਲੇਖਾ ਭੁਗਤ ਜਾਊਗਾ। ਉਹਦੇ ਗਲ ਦੇ ਵਿੱਚ ਘੁੰਗਰੂ ਜਿਹੇ ਟੱਲੀਆਂ ਜਿਹੀਆਂ ਪਾਈਆਂ ਹੋਈਆਂ, ਉਹਨੇ ਮਾਰੇ ਟੇਟ ਨੇ ਟੱਲੀਆਂ ਖੜਕਾਉਣਾ, ਕਿਉਂ ਨੱਠਿਆ? ਮੁੜ ਕੇ ਨਹੀਂ ਵੇਖਿਆ, ਉਹਨੇ ਪਿੱਛਾ ਘੁੰਮ ਗਿਆ। ਉਹ ਸਾਰੇ ਵੇਖੇ ਹੈਰਾਨ ਕਹਿੰਦੇ ਕਬੀਰ ਜੀ ਇਸ ਤਰ੍ਹਾਂ ਕੁੱਟ-ਕੁੱਟ ਹੰਬ ਗਏ, ਤੁਸੀਂ ਕਿਹਨੂੰ ਆਖਿਆ? ਸਾਰੀ ਸਾਖੀ ਸੁਣਾਈ। ਉਹ ਘਰ ਦੇ ਵੀ ਵਿਚਾਰੇ ਕੰਬਣ, ਕਹਿੰਦੇ ਏਡਾ ਵੱਡਾ ਰੋਜ਼ਾਨਾ ਭੋਗਣਾ ਪੈਂਦਾ। ਹਾਂ ਬਈ, ਰੱਬ ਦੇ ਘਰ ਦੀ ਗੱਲ ਬੜੀ ਔਖੀ ਹੈ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਨ ਸੋਚੀ ਹੋਏ ਉਹ ਸਾਚੇ ਦੀ ਬਾਣ में ਪੱਲਾ ਨਾ ਪਕੜਿਆ ਕੋਈ, ਜਿੰਨੇ ਕੀਤਾ ਉਹਨੂੰ ਦੇਣਾ ਪਊਗਾ। ਕਹਿੰਦੇ ਜੀ ਸਾਨੂੰ ਕੋਈ ਉਪਦੇਸ਼ ਬਖਸ਼ੋ, ਤਾਂ ਕਬੀਰ ਜੀ ਨੇ ਸੋ ਰਾਗ ਗੁਜਰੀ ਭਗਤਾਂ ਦੀ ਬਾਣੀ ਸਰਲੇਖ ਹੇਠ ਸ਼ਬਦ ਉਚਾਰਿਆ। ਚੌਪ ਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਚਾਰ ਪਾਪ में सिंह गुंग मुख, तब कैसे गुण गई है, उठत बैठत ठेका पर है, तब कत मूड जो कही है, हर बिन बैल बिरानी हुई है, फाटे नाकन टूटे कादर, ओतु कुस कही है, रहाओ सारो दिन डोलत बर महिया, अजू ना पेट आ गई है, प्रामद फिरत तेलत के कपन्यो, गत बिन रैन बहई है, कहत कबीर जन भगतन को कहो ना मानो, कि वो अपनों पई है। ਜਿਹੜਾ ਭਗਤਾਂ ਦੇ ਆਖੇ ਨਹੀਂ ਲੱਗਦਾ ਉਹ ਫਿਰ ਆਪਣਾ ਹੀ ਕੀਤਾ ਪਾਉਂਦਾ। ਭਗਤ ਕਿਸੇ ਨਾਲ ਵੈਰ ਨਹੀਂ ਕਰਦੇ, ਇਹ ਨਹੀਂ ਵੀ ਜਿਹੜਾ ਆਖੇ ਨਹੀਂ ਲੱਗਦਾ ਉਹਨੂੰ ਸ਼ਰਾਬ ਦੇ ਦੇਣਗੇ, ਸ਼ਰਾਬ ਨਹੀਂ ਦਿੰਦੇ। ਨਾ ਪਰਮਾਤਮਾ ਕਿਸੇ ਦਾ ਬੁਰਾ ਸੋਚਦਾ, ਉਹ ਫਿਰ ਜੀਵ ਆਪਣੇ ਕਰਮਾਂ ਦਾ ਪਾਉਂਦਾ। ਜਿਹੜਾ ਆਖੇ ਲੱਗ ਜਾਂਦਾ ਉਹਦੀ ਭਗਤ ਅਰਦਾਸ ਕਰਕੇ ਉਹਦਾ ਛੁਟਕਾਰਾ ਕਰਾ ਦਿੰਦੇ। ਸੋ ਕਹਿਤ ਕਬੀਰ ਰਾਮ ਨਾਮ ਬਿਨ मूड तो नहीं पछताई है। तो ऐसे कबीर साहब के वचन ने महाराज कहते भागहीन समझत नहीं खाल, भगतां दे उपदेश नूं गुरु दी बाणी नूं ये जिहड़ा मूर्ख है समझदा नहीं है, इहदे मन च हंकार है, ये संतां भगतां दे वचनां नूं धारण नहीं करदा। प्रेम भगतां राचे जन नानका, सतगुरु जी कथन करते भाई ਜਿਹੜੇ ਪੁਰਖ ਹਰ ਵਕਤ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਰਚੇ ਭਾਵ ਅਦਾ ਕਰ ਹੋਏ ਰਹਿੰਦੇ ਹਨ। ਹਰ ਸਿਮਰਨ ਦਹਨ ਭਏ ਮਲ, ਉਹਨਾਂ ਦੇ ਹਰੀ ਪਰਮੇਸ਼ਰ ਦਾ ਭਜਨ ਕਰਨੇ ਕਰਕੇ ਮਲ ਵਿਖੇ ਬਾਦਕ ਸਾਰੇ ਦੋਸ਼ ਸੜ ਕੇ ਸਵਾਹ ਹੋ ਜਾਂਦੇ ਨੇ, ਭਾਵ ਨਿਵਰਤ ਹੋ ਜਾਂਦੇ ਨੇ। ਗੁਰੂ ਘਰ ਆਉਣ ਦੇ ਨਾਲ ਆਤਮਾ ਦਾ ਇਸ਼ਨਾਨ ਹੁੰਦਾ ਹੈ। ਇਸ਼ਨਾਨ ਡੇਲੀ ਕਰਨਾ ਪੈਂਦਾ। ਘਰ ਦੇ ਵਿੱਚ ਡੇਲੀ ਲੀਰ ਫੇਰੋਗੇ, ਆਪਣੇ ਟੇਬਲ ਕੁਰਸੀਆਂ ਮੰਜਿਆਂ ਨੂੰ ਝਾੜੋਗੇ, ਸਾਫ਼ ਕਰੋਗੇ, ਸ਼ੀਸ਼ੇ ਆਦਿ ਤਾਂ ਸਫਾਈ ਰਹੂਗੀ। ਜੇ ਸੋਚਿਆ ਵੀ ਮਹੀਨੇ ਬਾਅਦ ਸੰਗਰਾਂਦ ਜਾਂ ਮੱਸਿਆ ਵਾਲੇ ਦੇਣੀ, ਜਿਵੇਂ ਗੁਰਦੁਆਰੇ ਪ੍ਰਸ਼ਾਦ ਚੜਾਤਾ ਤੇ ਬਸ ਮੱਥਾ ਟੇਕਿਆ ਲੰਗਰ ਛਕੇ ਕਾਂ ਗਏ, ਮਹੀਨੇ ਬਾਅਦ ਥੋੜ੍ਹਾ ਇੰਨਾ ਕੁਛ ਹੋਊਗਾ। ਫਲ ਤਾਂ ਮਿਲਦਾ ਹੈ, ਇਹ ਨਹੀਂ ਵੀ ਆਉਣ ਦਾ ਕੋਈ ਲਾਭ ਨਹੀਂ ਹੈ।
ਤੇ ਪਰ ਇਸ਼ਨਾਨ ਡੇਲੀ ਕਰਨਾ ਪੈਂਦਾ। ਘਰ ਦੀ ਸਫਾਈ ਜੇ ਰੋਜ਼ ਕਰਨੀ ਪੈਂਦੀ ਹੈ, ਸਾਨੂੰ ਕੱਪੜੇ ਗਰਮੀਆਂ 'ਚ ਰੋਜ਼ ਧੋਣੇ ਪੈਂਦੇ ਨੇ। ਦੂਜੇ ਦੇ ਨਾਂ ਤੋਂ ਤੇ ਆਪਣੇ ਆਪ ਹੀ ਅਕਲ ਕਾਣ ਆਉਂਦਾ ਵੀ ਵੇਖਣ ਵਾਲਾ ਕੀ ਆਖੂਗਾ ਵੀ ਬਾਬੇ ਨੇ ਉਹ ਕੱਲ੍ਹ ਵਾਲੀ ਵਸਤਰ ਪਹਿਨਿਆ ਹੋਇਆ, ਉਹੀ ਚੰਗਾ ਨਹੀਂ ਲੱਗਦਾ ਆਪਣੇ ਆਪ ਨੂੰ। ਤੋ ਇੰਜ ਜੇ ਆਪਾਂ ਡੇਲੀ ਸਭ ਕੁਝ ਇਸ ਤਰ੍ਹਾਂ ਕਰਦੇ ਹਾਂ, ਸਫਾਈ ਸਫਾਈ, ਤੇ ਫਿਰ ਕਥਾ ਕੀਰਤਨ ਵੀ, ਮਹਾਰਾਜ ਦਾ ਨਿਤਨੇਮ ਵੀ, ਸਿਮਰਨ ਵੀ, ਪਰ ਮਨ ਦੀ ਸਫਾਈ ਵੀ ਡੇਲੀ ਲੋੜ ਹੈ। ਇਸ ਲਈ ਨਿਤਨੇਮ ਆਖਿਆ ਗਿਆ ਹੈ। ਮਹਾਰਾਜ ਕਹਿੰਦੇ ਭਾਈ ਅਸੀਂ ਹਰੀ ਦਾ ਸਿਮਰਨ ਕਰਦੇ ਹਾਂ, ਜਿਸ ਕਰਕੇ ਸਾਰੇ ਸਾਡੇ ਜਿੰਨੇ ਵੀ ਦੋਸ਼ ਨੇ ਇਹ ਛੱਡ ਕੇ ਸਵਾਹ ਹੋ ਗਏ, ਹੌਲੀ ਹੌਲੀ ਖਤਮ ਹੋ ਗਏ ਹਨ। ਇੱਥੇ ਹੀ ਸਮਾਪਤੀ ਹੈ ਜੀ। ਕੋਈ ਚੁੱਕਣਾ ਕਰੋ ਕਿ ਦੋ ਸਮਤ ਬਖਸ਼ੋ। ਵੇਦ ਬਖਿਆਨਾ ਕਰਤ ਸਾਧੂ ਜਾਨਾ, ਭਾਗਹੀਨ ਸਮਝਤ ਨਹੀਂ ਖਾਨਾ। ਪ੍ਰੇਮ ਭਗਤ ਰਾਜੇ ਜਨ ਨਾਨਕ, ਹਰਿ ਸਿਮਰਨ ਦਹਿਨ ਭਏ ਮਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਗੜੀ ਮਹਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮਗਾਲ ਸਤਿਗੁਰ ਤੋਂ ਪਾਇਆ ਸਹਿਜ ਸਿਰਥੀ ਮਨ ਦੀਆਂ ਵਧਾਈਆਂ। ਰਾਮ